ਵਾਹਿਗੁਰੂ ਸਾਹਿਬ ਜੀ। ਜੁਧ ਜੀਤੇ ਨਹੀਂ ਕੇ ਪ੍ਰਸਾਦ, ਨਹੀਂ ਕੇ ਪ੍ਰਸਾਦ ਸੋ ਦਾਨ ਕਰੇ। ਅਗ ਔਗ ਟਰੇ ਨਹੀਂ ਕੇ ਪ੍ਰਸਾਦ, ਇਨਹੀਂ ਕੀ ਕਿਰਪਾ ਫੁਨ ਧਾਮ ਭਰੇ। ਇਨਹੀਂ ਕੇ ਪ੍ਰਸਾਦ ਸੋ ਵਿਦਿਆਲਈ, ਇਨਹੀਂ ਕੀ ਕਿਰਪਾ ਸਭ ਸ਼ਤਰ ਮਰੇ। इन्हीं की कृपा के सजे हम हैं, नहीं मोह से गरीब करोड़ परे। इन्हीं की कृपा के सजे हम हैं, नहीं मोह से गरीब करोड़ परे। सगल द्वार को छाड़ के गहियो तुहारो द्वार, बाहे गहे की लाज अस गोबिंद दास तुहार। बाहे गहे की लाज अस गोबिंद दास तुहार। एक सतनाम श्री वाहिगुरु साहिब जीओ। एक ओंकार सत गुर प्रसाद। ਹੱਥ ਮੂਲ ਮੰਤਰ ਗੁਰੂ ਖਾਲਸੇ ਸਿੰਘ ਜੀ ਕਾ ਲਿਖਿਅਤੇ। ਦੋਹਰਾ ਵਾਸੀ ਸਭ ਸ੍ਰੀ ਖਾਲਸਾ ਪੁਰ ਆਨੰਦ ਸਿਰਮੌਰ। ਦਇਆ ਸਿੰਧ ਸ੍ਰੀ ਸਤਿਗੁਰੂ ਬਸਤ ਸਦਾ ਜਿਹ ਠੌਰ। ਵਾਸੀ ਸਭ ਸ੍ਰੀ ਖਾਲਸਾ ਪੁਰ ਆਨੰਦ ਸਿਰਮੌਰ। ਦਇਆ ਸਿੰਧ ਸ੍ਰੀ ਸਤਿਗੁਰੂ ਬਸਤ ਸਦਾ ਜਿਹ ਠੌਰ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ, ਸਤਿਗੁਰੂ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਨਾਲ ਇਹ ਭਾਗਾਂ ਵਾਲੇ ਦਿਨ ਦੇ ਅੰਦਰ ਆਪ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਪਾਤਸ਼ਾਹੀ ਅਸਥਾਨ ਤੇ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਕਿਰਪਾ ਹੈ, ਅੱਜ ਖਾਲਸਾ ਸਾਜਨਾ ਦਿਵਸ ਹੈ। ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਆਪ ਸਭ ਸੰਗਤਾਂ ਦੇ ਸਨਮੁਖ ਖਾਲਸਾ ਮੂਲ ਮੰਤਰ ਦੀ ਵਿਆਖਿਆ ਕੀਤੀ ਜਾਵੇਗੀ। ਇਸ ਰਚਨਾ ਦੇ ਅੰਦਰ ਆਨੰਦਪੁਰ ਸਾਹਿਬ ਬਾਰੇ ਦੱਸਿਆ ਗਿਆ ਅਤੇ ਕਿਵੇਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਆਂ ਵਾਲੇ ਨੇ ਜਿਨ੍ਹਾਂ ਪੰਜਾਂ ਸਿੱਖਾਂ ਨੂੰ ਗੁਰੂ ਕਾ ਖਾਲਸਾ ਸਜਾਇਆ, ਉਸ ਬਾਰੇ ਦੱਸਿਆ ਜਾਵੇਗਾ। ਅਤੇ ਪੰਜਾਂ ਪਿਆਰਿਆਂ ਤੋਂ ਬਾਅਦ ਕਿੰਨਾ ਪੰਜਾਂ ਗੁਰਸਿੱਖਾਂ ਨੇ ਅੰਮ੍ਰਿਤ ਛਕਿਆ, ਉਹਨਾਂ ਬਾਰੇ ਵੀ ਦੱਸਿਆ ਜਾਵੇਗਾ। ਸੋ ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਸਾਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾਓ, ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਵਾਸੀ ਸਭ ਸ੍ਰੀ ਖਾਲਸਾ ਪੁਰ ਆਨੰਦ ਸਿਰਮੌਰ। ਗੁਰੂ ਸਰੂਪ ਗੁਰੂ ਖਾਲਸਾ ਜੀ ਵਾਸੀ ਸਭ ਸ੍ਰੀ ਖਾਲਸਾ ਪੁਰ ਆਨੰਦ ਸਿਰਮੌਰ ਕਿ ਜਿਤਨਾ ਵੀ ਸਮੁੱਚਾ ਗੁਰੂ ਕਾ ਖਾਲਸਾ ਪੰਥ ਹੈ, ਇਸ ਰਚਨਾ ਦੇ ਅੰਦਰ ਖਾਲਸਾ ਮੂਲ ਮੰਤਰ ਦੱਸਿਆ ਗਿਆ ਵੀ ਸਮੁੱਚਾ ਗੁਰੂ ਕਾ ਖਾਲਸਾ ਪੰਥ ਆਨੰਦਪੁਰ ਸਾਹਿਬ ਦਾ ਵਾਸੀ ਹੈ। ਤੇ ਵੇਖੋ ਇਹ ਜੋ ਬਾਣੀ ਹੈ, ਇਸ ਨੂੰ ਪੁਰਾਤਨ ਸਮੇਂ ਤੋਂ ਹੀ ਗੁਰੂ ਕੇ ਖਾਲਸੇ ਪੰਥ ਦੇ ਅੰਦਰ ਸੀਨੇ ਬਸੀਨੇ ਸਾਂਭ ਕੇ ਰੱਖਿਆ ਅਤੇ ਨਿਤਨੇਮ ਦੇ ਵਿੱਚ ਇਸ ਬਾਣੀ ਦਾ ਰੋਜ਼ ਗੁਰੂ ਕੇ ਸਿੱਖ ਜਾਪ ਕਰਦੇ ਸੀ ਤੇ ਅੱਜ ਵੀ ਕਰਦੇ ਨੇ ਤੇ ਕਰਦੇ ਹੀ ਰਹਿਣਗੇ। ਖਾਲਸਾ ਜੀ ਉਹ ਆਨੰਦਪੁਰ ਸਾਹਿਬ ਦੀ ਧਰਤੀ, ਜਿਸ ਆਨੰਦਪੁਰ ਸਾਹਿਬ ਦੀ ਧਰਤੀ ਬਾਰੇ ਕਵੀ ਸੰਤੋਖ ਸਿੰਘ ਕਹਿੰਦੇ, ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ, ਸੁਣ ਸੁਣ ਸੁਧ ਭੁੱਲ ਦੀਏ ਨਰ ਨਾਦੀ। ਸੌਣ ਨਾ ਦਿੰਦੀ ਸੁਖ ਦੁਰਜਨਾ ਨੂੰ ਰਾਤ ਦਿਨ, ਨੌਬਤ ਗੋਬਿੰਦ ਸਿੰਘ ਗੁਰੂ ਪਾਤਸ਼ਾਹ ਦੀ। ਕਹਿੰਦੇ ਉਹ ਆਨੰਦਪੁਰ ਸਾਹਿਬ ਦੀ ਧਰਤੀ ਖਾਲਸਾ ਜੀ ਜਦੋਂ ਰਣਜੀਤ ਨਗਾਰੇ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਚੋਬਾਂ ਲਾਈਆਂ, ਕਹਿੰਦੇ ਜਿਸ ਧਰਤੀ ਦੇ ਸਦਾ ਨਾਮ ਦਾ ਆਨੰਦ ਵਰਤਦਾ ਸੀ, ਅੱਜ ਕਲਗੀਆਂ ਵਾਲੇ ਦੀ ਨਗਾਰੇ ਦੀ ਚੋਬਾਂ ਨੇ ਕੇਵਲ ਪਹਾੜੀ ਰਾਜਿਆਂ ਨੂੰ ਨਹੀਂ ਹਿਲਾਇਆ,
ਬਲਕਿ ਦਿੱਲੀ ਦੇ ਤਖਤ ਤੇ ਬੈਠੇ ਹੋਏ ਔਰੰਗੇ ਦੇ ਰਾਜ ਦੀਆਂ ਕੰਧਾਂ ਵੀ ਹਿਲਾ ਦਿੱਤੀਆਂ। ਤੇ ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਨਗਾਰੇ ਤੇ ਚੋਭਾਂ ਲਾਈਆਂ ਨਾ ਖਾਲਸਾ ਜੀ, ਫਿਰ ਉਸ ਤੋਂ ਬਾਅਦ ਜ਼ਾਲਮਾਂ ਨੂੰ ਸੁੱਖ ਦੀ ਨੀਂਦ ਨਹੀਂ ਆਈ, ਕਿਉਂਕਿ ਸੁੱਤੇ ਪਿਆਂ ਵੀ ਗੁਰੂ ਗੋਬਿੰਦ ਸਿੰਘ ਦੇ ਨਗਾਰੇ ਦੀ ਆਵਾਜ਼ ਹੀ ਸੁਣਾਈ ਦਿੰਦੀ ਸੀ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਉਸ ਬਖਸ਼ਿਸ਼ਾਂ ਭਰੇ ਅਨੰਦਪੁਰ ਸਾਹਿਬ ਬਾਰੇ ਦੱਸਿਆ। ਇੱਕ ਮੈਂ ਹੋਰ ਬੇਨਤੀ ਕਰਾਂ ਵੀ ਜਦੋਂ ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਜੀ ਜਦੋਂ ਬਾਲ ਅਵਸਥਾ ਵਿੱਚ ਪਟਨਾ ਸਾਹਿਬ ਦੀ ਧਰਤੀ ਤੋਂ ਅਨੰਦਪੁਰ ਸਾਹਿਬ ਆਉਂਦੇ ਨੇ ਨਾ, ਅਨੰਦਪੁਰ ਸਾਹਿਬ ਦੀ ਧਰਤੀ ਤੋਂ ਧੰਨ ਗੁਰੂ ਤੇਗ ਬਹਾਦਰ ਜੀ ਚੱਲਦੇ। ਆਪਾਂ ਸਾਰੇ ਜਾਣਦੇ ਪਹਿਲਾਂ ਇਸ ਧਰਤੀ ਦਾ ਨਾਮ ਅਨੰਦਪੁਰ ਨਹੀਂ ਸੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਚੱਲੇ ਨੇ, ਅੱਗੋਂ ਬਾਲਾ ਪ੍ਰੀਤਮ ਆ ਰਹੇ ਨੇ, ਜਿੱਥੇ ਕੀਰਤਪੁਰ ਸਾਹਿਬ ਦੀ ਧਰਤੀ ਹੈ ਨਾ, ਇੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਤੇ ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਜੀ ਦਾ ਮਿਲਾਪ ਹੋਇਆ। ਤੇ ਖਾਲਸਾ ਜੀ ਉਸ ਧਰਤੀ ਤੇ ਬੈਠ ਕੇ ਚੌਂਕੜਾ ਲਾ ਕੇ ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਜੀ ਨੇ ਸਭ ਤੋਂ ਪਹਿਲਾਂ ਆਨੰਦ ਸਾਹਿਬ ਦਾ ਸੰਪੂਰਨ ਪਾਠ ਕੀਤਾ। ਇਤਿਹਾਸ ਦੇ ਵਿੱਚ ਮਿਲਦਾ ਹੈ। ਤੇ ਪੁੱਛਿਆ ਗਿਆ ਸਤਿਗੁਰਾਂ ਨੂੰ ਵੀ ਇਸ ਧਰਤੀ ਤੇ ਬੈਠ ਕੇ ਆਨੰਦ ਸਾਹਿਬ ਦਾ ਸੰਪੂਰਨ ਪਾਠ ਕਰਨ ਦਾ ਕਾਰਨ ਕੀ ਹੈ? ਕਲਗੀਧਰ ਪਾਤਸ਼ਾਹ ਕਹਿੰਦੇ, ਜਿਸ ਆਨੰਦ ਦੀ ਗੱਲ ਆਨੰਦ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਨੇ ਕੀਤੀ ਹੈ, ਖਾਲਸਾ ਜੀ ਅੱਜ ਤੋਂ ਬਾਅਦ ਇਹ ਉਹ ਧਰਤੀ ਆ ਰਹੀ ਹੈ, ਇਸ ਧਰਤੀ ਤੇ ਸਦਾ ਹੀ ਗੁਰੂ ਨਾਨਕ ਦੇ ਘਰ ਦਾ ਆਨੰਦ ਵਰਤਦਾ ਰਹੇਗਾ। ਇਹ ਕਾਰਨ ਹੈ ਵੀ ਅੱਜ ਵੀ ਜਦੋਂ ਭਾਵਨਾ ਵਾਲੇ ਗੁਰਸਿੱਖ ਤਖਤ ਕੇਸਗੜ੍ਹ ਸਾਹਿਬ ਜਾਂਦੇ ਨੇ, ਉੱਥੇ ਜਾ ਕਰਕੇ ਆਨੰਦ ਸਾਹਿਬ ਦਾ ਪਾਠ ਕਰਕੇ ਫਿਰ ਸਤਿਗੁਰਾਂ ਨੂੰ ਨਮਸਕਾਰ ਕਰਦੇ, ਉੱਥੇ ਸਦਾ ਨਾਮ ਦਾ ਆਨੰਦ ਵਰਤਦਾ। ਤੇ ਭਾਈ ਨੰਦ ਲਾਲ ਜੀ ਕਹਿੰਦੇ, ਆਨੰਦਪੁਰ ਸਾਹਿਬ ਦੀ ਧਰਤੀ ਤੇ ਭਾਵਨਾ ਨਾਲ ਗੇੜਾ ਲਾ ਕੇ ਆਇਓ। ਆਨੰਦਪੁਰ ਸਾਹਿਬ ਦੀ ਧਰਤੀ ਦੇ ਜਿਹੜੇ ਮੰਗਤੇ ਨੇ ਨਾ, ਮੰਗਤੇ, ਉਹ ਵੀ ਖਾਲਸਾ ਜੀ ਪਾਤਸ਼ਾਹੀਆਂ ਵੰਡਣ ਦੀ ਤਾਕਤ ਰੱਖਦੇ ਨੇ। ਉਹ ਆਨੰਦਪੁਰ ਸਾਹਿਬ ਦੀ ਧਰਤੀ ਦਾ ਗੁਰੂ ਕਾ ਖਾਲਸਾ ਪੰਥ ਵਾਸੀ ਹੈ। ਇੱਕ ਨਾ ਹੋਰ ਬੜੀ ਵਿਲੱਖਣ ਗੱਲ ਹੈ ਗੁਰੂ ਖਾਲਸਾ ਪੰਥ ਦੇ ਅੰਦਰ, ਕਿ ਗੁਰੂ ਕੇ ਸਿੱਖ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਜੇ ਖਾਲਸੇ ਛਾਤੀ ਤੇ ਹੱਥ ਧਰ ਕੇ ਮਾਣ ਨਾਲ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ, ਮਾਤਾ ਸਾਹਿਬ ਦੇਵਾ ਸਾਡੀ ਮਾਤਾ ਹੈ, ਆਨੰਦਪੁਰ ਸਾਹਿਬ ਦੇ ਅਸੀਂ ਵਾਸੀ ਹਾਂ, ਦਾਦਾ ਸਾਡੇ ਗੁਰੂ ਤੇਗ ਬਹਾਦਰ ਨੇ, ਦਾਦੀ ਮਾਤਾ ਗੁਜਰੀ ਜੀ ਨੇ। ਖਾਲਸਾ ਜੀ ਇਹ ਕੇਵਲ ਤੇ ਕੇਵਲ ਮਾਣ ਸਿੱਖਾਂ ਦੀ ਝੋਲੀ ਵਿੱਚ ਆਇਆ, ਕਿਉਂਕਿ ਸਾਰੇ ਮਜਬ ਸਤਿਕਾਰਯੋਗ ਨੇ, ਸਾਰਿਆਂ ਵਿੱਚ ਰੱਬ ਦੀ ਜੋਤ ਵਸਦੀ ਹੈ। ਪਰ ਮੈਂ ਬੇਨਤੀ ਕਰ ਰਿਹਾ ਵੀ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ, ਛਤਰ ਧਰੈ ਜਿਸ ਮਰਜੀ ਪੈਰੋਕਾਰ ਨੂੰ ਪੁੱਛੋ। ਖਾਲਸਾ ਜੀ ਇਸਲਾਮ ਮਤ ਦੇ ਪੈਰੋਕਾਰ ਨੂੰ ਪੁੱਛੋ ਮੁਹੰਮਦ ਜੀ ਕੌਣ ਨੇ, ਉਹ ਕਵੇਗਾ ਸਾਡੇ ਪੈਗੰਬਰ ਨੇ। ਸਨਾਤਨ ਮਤ ਦੇ ਪੈਰੋਕਾਰ ਨੂੰ ਪੁੱਛੋ ਰਾਮ ਜੀ ਕ੍ਰਿਸ਼ਨ ਜੀ ਕੌਣ ਨੇ, ਕਹਿਣਗੇ ਸਾਡੇ ਦੇਵਤੇ ਨੇ। ਇਹ ਕੇਵਲ ਤੇ ਕੇਵਲ ਸਿੱਖਾਂ ਨੂੰ ਮਾਣ ਮਿਲਿਆ। ਭਾਵੇਂ ਈਸਾਈ ਮਤ ਦੇ ਪੈਰੋਕਾਰਾਂ ਨੂੰ ਵੀ ਪੁੱਛੋ ਜੀਸਸ ਕੌਣ ਨੇ, ਕਹਿਣਗੇ ਸਾਡੇ ਗੋਡ ਨੇ। ਕੇਵਲ ਤੇ ਕੇਵਲ ਜਦੋਂ ਸਿੱਖ ਨੂੰ ਪੁੱਛਦੇ ਆ ਵੀ ਗੁਰੂ ਗੋਬਿੰਦ ਸਿੰਘ ਕੌਣ ਨੇ, ਸਿੱਖ ਛਾਤੀ ਤੇ ਹੱਥ ਧਰ ਕੇ ਮਾਣ ਨਾਲ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ। ਗੁਰੂ ਗੋਬਿੰਦ ਸਿੰਘ ਸਾਡੇ ਮੁਰਸ਼ਿਦ ਵੀ ਨੇ ਤੇ ਸਾਡੇ ਪਿਤਾ ਵੀ ਨੇ, ਕਿਉਂਕਿ ਕੇਵਲ ਤੇ ਕੇਵਲ ਦੁਨੀਆ ਦੇ ਤਖਤੇ ਤੇ ਗੁਰੂ ਗੋਬਿੰਦ ਸਿੰਘ ਹੀ ਐਸੇ ਗੁਰੂ ਨੇ ਜਿਨ੍ਹਾਂ ਨੇ ਆਪਣਾ ਆਪ ਖਾਲਸੇ ਨੂੰ ਸਮਰਪਿਤ ਕੀਤਾ। ਆਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਨੇ ਕੇਵਲ ਅੰਮ੍ਰਿਤ ਦੀ ਪੋਲ ਹੀ ਨਹੀਂ ਦਿੱਤੀ, ਖਾਲਸਾ ਜੀ ਖੁਦਾ ਦੀ ਦਰਗਾਹ ਤੋਂ ਚੱਲਿਆ ਨਿਹਚਲ ਤਖਤ, ਜਿਸ ਤਖਤ ਤੇ ਗੁਰੂ ਨਾਨਕ ਬੈਠਦੇ, ਜਿਸ ਤਖਤ ਤੇ ਗੁਰੂ ਅੰਗਦ ਸਾਹਿਬ ਬੈਠਦੇ, ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਝੋਲੀ ਵਿੱਚ ਉਹ ਨਿਹਚਲ ਤਖਤ ਵੀ ਪਾ ਦਿੱਤਾ ਸੀਗਾ। ਇਹ ਰਹਿਮਤਾਂ, ਇਹ ਬਖਸ਼ਿਸ਼ਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਰਤਾਈਆਂ। ਦਇਆ ਸਿੰਧ ਸ੍ਰੀ ਸਤਿਗੁਰੂ ਬਸਤ ਸਦਾ ਜਹ ਠੋਰ। ਪਰ ਆਨੰਦਪੁਰ ਸਾਹਿਬ ਦੀ ਧਰਤੀ ਮਹਾਨ ਕਿਉਂ ਹੈ? ਆਨੰਦਪੁਰ ਸਾਹਿਬ ਦੀ ਧਰਤੀ ਨੂੰ ਨਮਸਕਾਰਾਂ ਕਿਉਂ ਹੋ ਰਹੀਆਂ? ਉਹ ਇਸ ਕਰਕੇ ਹੋ ਰਹੀਆਂ ਕਿਉਂਕਿ ਉੱਥੇ ਦਇਆ ਸਿੰਧ, ਦਇਆ ਦੇ ਸਮੁੰਦਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਾਸਾ ਹੈ। ਚੋਜੀ ਪਿਆਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਸਦੇ ਨੇ। ਇਸ ਕਰਕੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਖਾਲਸਾ ਜੀ ਨਮਸਕਾਰਾਂ ਹੁੰਦੀਆਂ, ਇਸੇ ਕਰਕੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਪੂਜਿਆ ਜਾਂਦਾ। ਤੇ ਵੇਖੋ ਆਨੰਦਪੁਰ ਸਾਹਿਬ ਦੀ ਧਰਤੀ, ਜੇ ਆਪਾਂ ਇਤਿਹਾਸ ਵੀ ਵੇਖੀਏ, ਜਦੋਂ ਮਹਾਰਾਜ ਆਨੰਦਪੁਰ ਸਾਹਿਬ ਨੂੰ ਛੱਡਣ ਦਾ ਫੈਸਲਾ ਕਰਦੇ ਨੇ
ਤੇ ਬਾਬਾ ਗੁਰਬਖਸ਼ ਦਾਸ ਉਦਾਸੀ ਨੇ ਇਹੀ ਕਿਹਾ ਸੀ, ਕਲਗੀਆਂ ਵਾਲਿਆ ਅੱਜ ਆਨੰਦਪੁਰ ਦੀ ਧਰਤੀ ਛੱਡ ਕੇ ਚੱਲੇ ਹੋ। ਇਹ ਆਨੰਦਪੁਰ ਦੀ ਧਰਤੀ ਤਾਂ ਹੀ ਆਨੰਦਾਂ ਦੀ ਪੂਰੀ ਹੈ ਜੇ ਕਲਗੀਆਂ ਵਾਲਾ ਬੈਠ ਕੇ ਆਨੰਦ ਵਰਤਾ ਰਿਹਾ। ਪਾਤਸ਼ਾਹ ਜੇ ਤੁਸੀਂ ਚਲੇ ਗਏ, ਇਹ ਆਨੰਦਪੁਰ ਸਾਹਿਬ ਦੀ ਧਰਤੀ ਤੁਹਾਡੇ ਚਰਨਾਂ ਦੀ ਛੋਹ ਨੂੰ ਲੋਚੇਗੀ। ਇਹ ਲੋਚੇਗੀ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੀ ਛੋਹ ਨੂੰ। ਤੇ ਪਾਤਸ਼ਾਹ ਨੇ ਖਾਲਸੇ ਵੱਲ ਹੱਥ ਕਰਕੇ ਕਿਹਾ ਸੀ, ਗੁਰਬਖਸ਼ ਦਾਸ ਚੇਤੇ ਰੱਖੀ, ਇਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਸਾਡਾ ਖਾਲਸਾ ਆ ਕੇ ਮਹੱਲੇ ਕੱਢੇਗਾ, ਅਸੀਂ ਕਿਤੇ ਵੱਖ ਨਹੀਂ ਹੋਵਾਂਗੇ, ਆਪਣੇ ਖਾਲਸੇ ਦੇ ਵਿੱਚ ਹੀ ਹੋਵਾਂਗੇ। ਭਾਵਨਾ ਵਾਲਾ ਸਦਾ ਦਰਸ਼ਨ ਕਰ ਸਕੇਗਾ। ਤੇ ਖਾਲਸਾ ਜੀ ਕੇਵਲ ਆਨੰਦਪੁਰ ਸਾਹਿਬ ਹੀ ਨਹੀਂ, ਇਹ ਗੁਰੂ ਗੋਬਿੰਦ ਸਿੰਘ ਦੀ ਕਿਰਪਾ, ਇਹ ਗੁਰੂ ਗੋਬਿੰਦ ਸਿੰਘ ਦੀ ਰਹਿਮਤ ਬਖਸ਼ਿਸ਼ ਹੈ ਵੀ ਗੁਰੂ ਕਾ ਖਾਲਸਾ ਪੰਥ ਜਿੱਥੇ ਵੀ ਚਲਿਆ ਜਾਵੇ, ਗੁਰੂ ਗੋਬਿੰਦ ਸਿੰਘ ਨਾਲ ਹੀ ਚਲੇ ਜਾਂਦੇ। ਸੋ ਐਸੇ ਦਇਆ ਦੇ ਸਾਗਰ, ਦਇਆ ਦੇ ਸਮੁੰਦਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਆਨੰਦਾਂ ਦੀ ਪੁਰੀ ਦੇ ਵਿੱਚ ਵਾਸਾ ਕਰਦੇ ਨੇ। ਸਵਈਆ ਵਾਸੀ ਲਾਹੌਰ ਵਿਖੇ, ਦਇਆ ਸਿੰਘ ਸੋਭਤੀ 3600 ਬੰਸ ਵਿਖੇ ਅਵਤਾਰੀ। ਹੁਣ ਛਤਰੀ ਬੰਸ ਦੇ ਭਾਈ ਸਾਹਿਬ ਭਾਈ ਦਇਆ ਰਾਮ, ਜਿਨ੍ਹਾਂ ਨੇ ਭਾਈ ਦਇਆ ਸਿੰਘ ਦੇ ਰੂਪ ਵਿੱਚ ਉਜਾਗਰ ਹੋਣਾ, ਲਾਹੌਰ ਦੇ ਰਹਿਣ ਵਾਲੇ। ਇਹ ਖਾਲਸਾ ਜੀ ਉਸ ਸਮੇਂ ਦੇ ਸੀਨ ਨੂੰ ਖਿੱਚਿਆ ਇਸ ਰਚਨਾ ਦੇ ਅੰਦਰ, ਜਦੋਂ ਤਖਤ ਕੇਸਗੜ੍ਹ ਸਾਹਿਬ ਵਿਖੇ ਖੜ ਕੇ ਕਲਗੀਧਰ ਪਾਤਸ਼ਾਹ ਜੀ ਨੇ 5 ਸੀਸ ਉਹ ਗੁਰੂ ਕਿਆਂ ਸਿੱਖਾਂ ਤੋਂ ਮੰਗੇ। ਤੇ ਗੁਰੂ ਕਿਆਂ ਸਿੱਖਾਂ ਨੇ ਵੀ ਹੱਸ ਕੇ ਚਾਹ ਦੇ ਨਾਲ, ਸਤਿਗੁਰ ਆਗੈ ਸੀਸ ਭੇਟ ਦਿਓ, ਬੜੇ ਖਿੜੇ ਮੱਥੇ ਨਾਨਕ ਭਗਤਾਂ ਸਦਾ ਵਿਗਾਸ। ਖੇੜੇ ਵਿੱਚ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਸਿਰ ਰੱਖ ਦਿੱਤੇ ਸੀ। ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਭ ਤੋਂ ਪਹਿਲਾਂ ਲਾਹੌਰ ਦੇ ਰਹਿਣ ਵਾਲੇ ਛਤਰੀ ਬੰਸ ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ, ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਉਹ ਕਲਗੀਆਂ ਵਾਲੇ ਨੂੰ ਸੀਸ ਭੇਟਾ ਕਰਦੇ ਨੇ। ਸਾਹਿਬ ਸਿੰਘ ਪੁਰੀ ਦਿਸ ਦਛਣ ਸੈਣ ਅਵਤਾਰ ਕਹ ਮਤ ਧਾਰੀ। ਹੁਣ ਖਾਲਸਾ ਜੀ ਦੱਖਣ ਦੇ ਵਿੱਚ ਭਗਤ ਸੈਣ ਜੀ ਦਾ ਵੀ ਅਵਤਾਰ ਹੋਇਆ ਸੀ। ਇਸ ਕਰਕੇ ਇਸ ਰਚਨਾ ਵਿੱਚ ਕਿਹਾ ਵੀ ਜਿਹੜੇ ਭਾਈ ਸਾਹਿਬ ਸਿੰਘ ਜੀ ਦੱਖਣ ਤੋਂ ਆਏ ਨੇ ਨਾ, ਉੱਥੇ ਭਗਤ ਸੈਣ ਜੀ ਦਾ ਵੀ ਕਦੇ ਅਵਤਾਰ ਹੋਇਆ ਸੀ। ਉਸ ਧਰਤੀ ਤੇ ਜਪ ਤਪ ਹੋਇਆ ਸੀ, ਭਜਨ ਹੋਇਆ ਸੀ, ਬੰਦਗੀ ਹੋਈ ਸੀ। ਹੁਣ ਭਾਈ ਸਾਹਿਬ ਸਿੰਘ ਜੀ ਨੇ ਵੀ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਸੀਸ ਰੱਖਿਆ। ਤੇ ਪੁਰਾਣੇ ਸਮੇਂ ਦੇ ਵਿੱਚ ਖਾਲਸਾ ਜੀ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਇਹ ਵੀ ਅਰਥ ਕਰਦੇ ਸੀ ਵੀ ਭਗਤ ਸੈਣ ਜੀ ਹੀ ਖਾਲਸਾ ਜੀ ਭਾਈ ਸਾਹਿਬ ਸਿੰਘ ਜੀ ਦੇ ਰੂਪ ਵਿੱਚ ਦੁਬਾਰਾ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਸੀਸ ਭੇਟਾ ਰੱਖਦੇ। ਕਿਉਂਕਿ ਖੁੱਲੇ ਦਿਲ ਨਾਲ ਜੇ ਹਿਰਦਾ ਵਿਸ਼ਾਲ ਕਰਕੇ ਸਮਝੀਏ ਨਾ ਇੱਕ ਨੁਕਤਾ, ਬਿਨਾ ਭਗਤੀ ਤੋਂ ਬਿਨਾ ਬੰਦਗੀ ਤੋਂ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਕੋਈ ਸੀਸ ਨਹੀਂ ਭੇਟਾ ਕਰ ਸਕਦਾ। ਜਿਹੜੇ 5 ਪਿਆਰਿਆਂ ਦੇ ਰੂਪ ਵਿੱਚ ਉਜਾਗਰ ਹੋਏ ਨੇ, ਜਿਹੜੇ ਗੁਰੂ ਕਾ ਖਾਸ ਰੂਪ ਬਣੇ ਨੇ, ਉਹ ਖਾਸ ਰੂਪ ਤਾਂ ਬਣੇ ਕਿਉਂਕਿ ਉਹਨਾਂ ਦਾ ਜਨਮਾਂ ਜਨਮਾਂ ਦਾ ਜਪ ਤਪ ਸੀ। ਤੇ ਜਨਮਾਂ ਦੇ ਜਪ ਤਪ ਭਜਨ ਬੰਦਗੀ ਤੋਂ ਬਾਅਦ ਕਲਗੀਆਂ ਵਾਲੇ ਨੇ ਕਿਰਪਾ ਕਰਕੇ ਝੋਲੀ ਵਿੱਚ ਅੰਮ੍ਰਿਤ ਦੀ ਦਾਤ ਦੇ ਦਿੱਤੀ। ਜਿਸ ਅੰਮ੍ਰਿਤ ਨੂੰ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਖਾਲਸਾ ਜੀ ਸਿੱਖੀ ਕੋਈ ਸਖੈਲੀ ਬਾਤ ਨਹੀਂ, ਕਿਉਂਕਿ ਜੇ ਸਖੈਲੀ ਬਾਤ ਹੁੰਦੀ ਤੇ ਅਰਦਾਸ ਦੇ ਵਿੱਚ ਸਾਡੇ ਬਜ਼ੁਰਗਾਂ ਨੂੰ ਲਿਖਣਾ ਨਾ ਪੈਂਦਾ ਵੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ। ਉਹ ਇਸ ਕਰਕੇ ਵੀ ਸਿੱਖਾਂ ਦਾ ਮਨ ਨੀਵਾਂ ਤੇ ਮਤ ਉੱਚੀ ਰਵੇ। ਸਿੱਖ ਜਿੱਡਾ ਮਰਜੀ ਵੱਡਾ ਹੋ ਜਾਵੇ, ਜਿੰਨੀ ਮਰਜੀ ਸੇਵਾ ਕਰੇ, ਜਿੰਨੇ ਮਰਜੀ ਸਾਲ ਲਗਾਤਾਰ ਗੁਰੂ ਘਰ ਵਿੱਚ ਸਿੱਖੀ ਕਮਾਉਂਦਾ ਰਵੇ, ਪਰ ਫਿਰ ਵੀ ਕਦੇ ਹੰਕਾਰ ਨਾ ਕਰੇ, ਬਲਕਿ ਦੋਵੇਂ ਹੱਥ ਜੋੜ ਕੇ ਗੁਰੂ ਕੇ ਚਰਨਾਂ 'ਚ ਅਰਦਾਸ ਕਰੇ, ਪਾਤਸ਼ਾਹ ਸਾਨੂੰ ਸਿੱਖੀ ਨਿਭਾਉਣ ਦਾ ਬਲ ਬਖਸ਼ਿਓ। ਕਿਉਂਕਿ ਜਦੋਂ ਭਾਈ ਸਾਹਿਬ ਭਾਈ ਮਤੀ ਦਾਸ ਜੀ, ਭਾਈ ਦਿਆਲ ਦਾਸ ਜੀ, ਭਾਈ ਸਤੀ ਦਾਸ ਜੀ ਧੰਨ ਗੁਰੂ ਤੇਗ ਬਹਾਦਰ ਜੀ ਦੇ ਸਨਮੁਖ ਸ਼ਹੀਦੀਆਂ ਪਾਉਂਦੇ ਨੇ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਪੁੱਛਿਆ ਸੀ, ਸਿੱਖ ਜੀ ਧੰਨ ਤੁਹਾਡੀ ਸਿੱਖੀ, ਤੁਸਾਂ ਸਿੱਖੀ ਕਮਾਈ, ਮੰਗੋ ਗੁਰੂ ਨਾਨਕ ਦੇ ਘਰ ਤੋਂ ਕੀ ਮੰਗਦੇ ਹੋ? ਖਾਲਸਾ ਜੀ ਕਿੰਨੀ ਕਿ ਅਨਮੋਲ ਹੋਵੇਗੀ ਸਿੱਖੀ ਦੀ ਦਾਤ ਕਿ ਖਾਲਸਾ ਜੀ ਸਿਰ ਤੇ ਆਰਾ ਚਲਵਾ ਕਰਕੇ ਵੀ ਗੁਰੂ ਕਿਆਂ ਸਿੱਖਾਂ ਨੇ ਸਿੱਖੀ ਮੰਗੀ। ਇੰਨੀ ਵੱਡੀ ਕੁਰਬਾਨੀ ਕਰਨ ਤੋਂ ਬਾਅਦ ਵੀ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਪਾਤਸ਼ਾਹ ਸਿੱਖੀ ਨਿਭਾਉਣ ਦਾ ਬਲ ਬਖਸ਼ਿਓ। ਜਦੋਂ ਭਾਈ ਮਨੀ ਸਿੰਘ ਜੀ ਦਾ ਬੰਦ ਕੱਟਿਆ ਗਿਆ, ਉਦੋਂ ਭਾਈ ਮਨੀ ਸਿੰਘ ਜੀ ਵੀ ਬਾਰ-ਬਾਰ ਅਰਦਾਸ ਕਰਦੇ ਨੇ, ਪਾਤਸ਼ਾਹ ਮੈਨੂੰ ਸਿੱਖੀ ਨਿਭਾਉਣ ਦਾ ਬਲ ਬਖਸ਼ਿਓ। ਸੋ ਬਿਨਾਂ ਇਬਾਦਤ ਭਜਨ ਤੋਂ ਬਿਨਾਂ ਸਿੱਖੀ ਨਹੀਂ ਕਮਾਈ ਜਾਂਦੀ।
ਸੋ ਭਾਈ ਸਾਹਿਬ ਸਿੰਘ ਜੀ ਦੱਖਣ ਦਿਸ਼ਾ ਤੋਂ ਉੱਠ ਕੇ ਆਏ, ਕਲਗੀਆਂ ਵਾਲੇ ਦੇ ਚਰਨਾਂ ਵਿੱਚ ਸੀਸ ਭੇਟਾ ਦਿੱਤਾ। ਹਿੰਮਤ ਸਿੰਘ ਪੁਰੀ ਜਗਨਨਾਥ ਪੂਰਬ ਫੰਦਕ ਹੋ ਮਤ ਸਾਰੀ। ਤੇ ਜਗਨਨਾਥਪੁਰੀ ਦੇ ਰਹਿਣ ਵਾਲੇ ਭਾਈ ਹਿੰਮਤ ਰਾਮ ਜੀ ਭਾਈ ਹਿੰਮਤ ਸਿੰਘ ਦੇ ਰੂਪ ਵਿੱਚ ਉਜਾਗਰ ਹੋਏ। ਤੇ ਫੰਦਕ ਉਹਨੂੰ ਕਿਹਾ ਜਾਂਦਾ ਹੈ ਖਾਲਸਾ ਜੀ ਜਿਹੜਾ ਸ਼ਿਕਾਰੀ ਹੋਵੇ। ਸ਼ਿਕਾਰੀ ਇਹ ਨਹੀਂ ਵੀ ਜਾ ਕੇ ਬਿਨਾ ਮਤਲਬ ਤੋਂ ਸ਼ਸਤਰ ਚਲਾਉਂਦਾ ਰਵੇ। ਫੰਦਕ ਤੋਂ ਭਾਵ ਜਿਹੜਾ ਸ਼ਸਤਰ ਬਣਾ ਲੈਂਦਾ ਹੋਵੇ, ਆਪਣੇ ਹੱਥੀ ਆਪਣਾ ਸ਼ਸਤਰ ਤਿਆਰ ਕਰਕੇ ਫਿਰ ਜੰਗ ਦੇ ਮੈਦਾਨ ਵਿੱਚ ਸ਼ਿਕਾਰ ਕਰੇ ਜ਼ਾਲਮਾਂ ਦਾ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇੱਕ ਬਚਨ ਹੈ, ਮੇਰੋ ਨਾਉ ਗੁਰੂ ਗੋਬਿੰਦ ਸਿੰਘ ਸੋਢੀ ਰਾਏ ਅਸ ਖਲੋਨਾ, ਸਭ ਖਲਕਤ ਰਾਜ ਸਾਜ ਬਾਂਧ ਮੰਗਾਉ ਗੋਸ਼ੇ ਕਮਾਣਗੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਮੇਰੋ ਨਾਉ ਗੁਰੂ ਗੋਬਿੰਦ ਸਿੰਘ ਸੋਢੀ ਰਾਏ ਅਸ ਖਲੋਨਾ। ਅਸ ਖਲੋਨਾ ਦਾ ਭਾਵ ਹੁੰਦਾ ਜਿਹੜਾ ਕੀਰਤਨ ਕਰ ਵੀ ਲਵੇ, ਤੰਤੀ ਸਾਜ ਵਜਾ ਵੀ ਲਵੇ ਤੇ ਤੰਤੀ ਸਾਜ ਬਣਾ ਵੀ ਲਵੇ, ਤੇ ਸ਼ਸਤਰ ਚਲਾ ਵੀ ਲਵੇ ਤੇ ਸ਼ਸਤਰ ਬਣਾ ਵੀ ਲਵੇ, ਜਿਹੜਾ ਕਵਿਤਾਵਾਂ ਪੜ੍ਹ ਵੀ ਲਵੇ ਤੇ ਕਵਿਤਾਵਾਂ ਰਚ ਵੀ ਲਵੇ। ਤੇ ਅੱਜ ਤੱਕ ਦੁਨੀਆ ਦੇ ਤਖਤੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵੱਡਾ ਕੋਈ ਕਲਮ ਦਾ ਧਨੀ ਨਹੀਂ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੋਂ ਵੱਡਾ ਕੋਈ ਸ਼ਸਤਰਧਾਰੀ ਸੂਰਮਾ ਨਹੀਂ ਹੋਇਆ। ਤੇ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਤੋਂ ਵੱਡਾ ਕੋਈ ਰਾਗ ਗਾਉਣ ਵਾਲਾ ਵੀ ਨਹੀਂ ਹੋਇਆ। ਮੈਂ ਹੁਣੇ ਪਾਰਕ ਐਵਨਿਊ ਗੁਰਦੁਆਰਾ ਸਾਹਿਬ ਸਰਬਲੋ ਗ੍ਰੰਥ ਸਾਹਿਬ ਚੋਂ ਖਾਲਸਾ ਮਹਿਮਾ ਦੀ ਵਿਚਾਰ ਕਰ ਰਹੇ ਸੀ। ਉੱਥੇ ਵੀ ਬਚਨ ਸਾਂਝਾ ਕੀਤਾ ਵੀ ਗੁਰੂ ਗੋਬਿੰਦ ਸਿੰਘ ਆਪਣੀ ਬਾਣੀ ਵਿੱਚ 52 ਭਾਸ਼ਾਵਾਂ ਵਰਤਦੇ ਰਹੇ ਤੇ ਇੰਗਲਿਸ਼ ਭਾਸ਼ਾ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਵਿੱਚ ਵਰਤੀ। ਤੇ 300 ਤੋਂ ਵੱਧ ਰਾਗ ਕਲਗੀਧਰ ਪਾਤਸ਼ਾਹ ਜੀ ਨੇ ਦੁਤਾਰੇ, ਸਰੰਦੇ ਤੇ ਤਾਉਸ ਦੇ ਨਾਲ ਕੀਰਤਨ ਕੀਤਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਦੀਆਂ ਰਹਿਮਤਾਂ। ਖਾਲਸਾ ਜੀ ਸੱਚ ਹੈ। ਇੱਕ ਵਿਦਵਾਨ ਕਹਿੰਦਾ ਵੀ ਜਦੋਂ ਗੁਰੂ ਗੋਬਿੰਦ ਸਿੰਘ ਦਾ ਨਾਮ ਲੈਂਦੇ ਆ ਨਾ, ਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਵੀ ਗੁਰ ਮਹਿਮਾ ਮਿਸਰੀ ਮੇਰ ਸਮ ਅਮਿਤ ਅਗਮ ਅਪਾਰ, ਚੀਰੀ ਮੁਖ ਨਿਜ ਭਰ ਲਿਆ ਕਛ ਅੰਤ ਨਾ ਪਾਰਾਵਾਰ। ਕਹਿੰਦੇ ਜਿਵੇਂ ਮਿਸ਼ਰੀ ਦਾ ਬਹੁਤ ਵੱਡਾ ਪਹਾੜ ਹੋਵੇ, ਨਿੱਕੀ ਜਿਹੀ ਕੀੜੀ ਜਾਵੇ, ਚੁੰਝ ਭਰੇ ਤੇ ਕਵੇ ਮੈਂ ਮਿਸ਼ਰੀ ਦੇ ਪਹਾੜ ਦਾ ਮਿਠਾਸ ਦਾ ਅੰਤ ਪਾਲਿਆ ਹੋ ਨਹੀਂ ਸਕਦਾ। ਉਹ ਜਿੰਨੀ ਵਾਰ ਚੁੰਝ ਭਰੇਗੀ ਉਨੀ ਵਾਰ ਮਿਠਾਸ ਆਵੇਗੀ। ਆਪਾਂ ਜਿੰਨੀ ਵਾਰ ਕਵਾਂਗੇ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਓਨੀ ਵਾਰ ਰੋਮ ਰੋਮ ਵਿੱਚ ਖੇੜਾ ਆਵੇਗਾ ਤੇ ਜੀਵਨ ਵਿੱਚ ਆਨੰਦ ਭਰ ਜਾਵੇਗਾ, ਮਿਠਾਸ ਭਰ ਜਾਵੇਗੀ। ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ। ਸੋ ਜਗਨਨਾਥਪੁਰੀ ਤੋਂ ਫੰਦਕ ਤੋਂ ਭਾਵ ਸ਼ਸਤਰਧਾਰੀ ਤਿਆਰ ਬਰ ਤਿਆਰ ਭਾਈ ਹਿੰਮਤ ਸਿੰਘ ਜੀ ਨੇ ਜਾ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਭੇਟਾ ਦਿੱਤਾ। ਧੰਨਾ ਸੋ ਬੰਸ ਬਿਖੈ ਅਵਤਾਰ ਸ੍ਰੀ ਧਰਮ ਸਿੰਘ ਮਹਾ ਸੁਭਕਾਰੀ। ਹੁਣ ਖਾਲਸਾ ਜੀ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਹਸਤਨਾਪੁਰ, ਜਿੱਥੇ ਭਗਤ ਧੰਨਾ ਜੀ ਰਹਿੰਦੇ, ਜਿੱਥੇ ਭਗਤ ਧੰਨਾ ਜੀ ਨੇ ਪ੍ਰਮਾਤਮਾ ਨੂੰ ਪ੍ਰਗਟ ਕੀਤਾ। ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਜਿਨ੍ਹਾਂ ਨੇ ਪ੍ਰਮਾਤਮਾ ਦੇ ਪ੍ਰਤੱਖ ਦਰਸ਼ਨ ਕੀਤੇ, ਉਸ ਧਰਤੀ ਤੇ ਭਾਈ ਧਰਮ ਸਿੰਘ ਜੀ ਦਾ ਜਨਮ ਹੋਇਆ। ਅਤੇ ਖਾਲਸਾ ਜੀ ਇਹ ਵੀ ਮੈਂ ਦੁਬਾਰਾ ਫਿਰ ਬੇਨਤੀ ਕਰਾਂ, ਦੂਸਰਾ ਅਰਥ ਭਾਵ ਇਹ ਵੀ ਕਿ ਭਗਤ ਧੰਨਾ ਜੀ ਹੀ ਭਾਈ ਧਰਮ ਸਿੰਘ ਜੀ ਦੇ ਰੂਪ ਵਿੱਚ ਦੁਬਾਰਾ ਆ ਕੇ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਸੀਸ ਭੇਟਾ ਦਿੰਦੇ ਨੇ। ਦੋਹਰਾ ਪੰਚਮ ਮੋਹਕਮ ਸਿੰਘ ਜੀ ਨਾਮ ਦੇਵ ਅਵਤਾਰ। ਹੁਣ ਪੰਜਵੇਂ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ, ਜਿਨ੍ਹਾਂ ਨੂੰ ਭਗਤ ਨਾਮਦੇਵ ਜੀ ਦਾ ਅਵਤਾਰ ਕਿਹਾ ਜਾਂਦਾ ਹੈ। ਆਦ ਰੂਪ ਸ੍ਰੀ ਖਾਲਸਾ ਜਾਣਤ ਜਨਮ ਸੁਧਾਰ। ਆਦ ਰੂਪ ਸ੍ਰੀ ਖਾਲਸਾ, ਆਦ ਤੋਂ ਭਾਵ ਸਭ ਤੋਂ ਪਹਿਲਾ ਇਹ ਰੂਪ ਖਾਲਸੇ ਦਾ ਬਣੇ ਨੇ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ, ਇਹ ਪੰਜੇ ਸਭ ਤੋਂ ਪਹਿਲਾਂ ਗੁਰੂ ਕਾ ਖਾਸ ਰੂਪ ਖਾਲਸਾ ਬਣੇ। ਤੇ ਗੁਰੂ ਗੋਬਿੰਦ ਸਿੰਘ ਨੇ ਇਨ੍ਹਾਂ ਪੰਜਾਂ ਨਾਮਾਂ ਦੇ ਵਿੱਚੋਂ ਸਾਨੂੰ ਵੀ ਸਿੱਖਿਆ ਦਿੱਤੀ ਵੀ ਤੁਸੀਂ ਖਾਲਸੇ ਕਿੱਦਾਂ ਬਣ ਸਕਦੇ ਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਚੋਣ ਕੀਤੀ, ਵੇਖੋ ਖਾਲਸਾ ਜੀ ਸਭ ਤੋਂ ਪਹਿਲਾਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ। ਜੇ ਖਾਲਸਾ ਬਣਨਾ ਸਭ ਤੋਂ ਪਹਿਲਾਂ ਆਪਣੇ ਅੰਦਰ ਦਇਆ ਲਿਆ। ਤੇਰੇ ਅੰਦਰ ਦਇਆ ਹੋਣੀ ਚਾਹੀਦੀ ਹੈ। ਧੌਲ ਧਰਮ ਦਇਆ ਕਾ ਪੂਤ। ਜੇ ਦਇਆ ਹੋਵੇਗੀ ਤਾਂ ਧਰਮ ਦੇ ਗੁਣ ਆਉਣਗੇ। ਪਹਿਲਾਂ ਦਇਆ ਹੋਵੇ, ਦੂਸਰੇ ਅਸਥਾਨ ਤੇ ਭਾਈ ਧਰਮ ਸਿੰਘ ਤੇਰੇ ਅੰਦਰ ਧਰਮ ਦੇ ਗੁਣ ਹੋਣ। ਤੇ ਧਰਮ ਦੇ ਗੁਣ ਇਹ ਨਹੀਂ ਵੀ ਕੱਟੜਤਾ ਦੇ ਵਿੱਚ ਆ ਜਾ। ਧਰਮ ਦੇ ਗੁਣ ਸਰਬ ਧਰਮ ਮਹਿ ਸ੍ਰੇਸ਼ਟ ਧਰਮ
ਹਰ ਕੋ ਨਾਮ ਜਪ ਨਿਰਮਲ ਕਰਮ। ਤੂੰ ਐਸਾ ਧਰਮੀ ਬਣ ਜਾ ਜੈਸਾ ਧਰਮੀ ਗੁਰੂ ਤੇਗ ਬਹਾਦਰ ਨੇ ਬਣ ਕੇ ਵਿਖਾਇਆ। ਖਾਲਸਾ ਜੀ, ਦੁਨੀਆ ਦੇ ਤਖਤੇ ਤੇ ਧਰਮ ਦੀ ਚਾਦਰ, ਲੋਕ ਗੁਰੂ ਤੇਗ ਬਹਾਦਰ ਜੀ ਨੂੰ ਕੇਵਲ ਹਿੰਦ ਦੀ ਚਾਦਰ ਕਹਿੰਦੇ ਆ, ਪਰ ਸਤਿਗੁਰੂ ਗੁਰੂ ਤੇਗ ਬਹਾਦਰ ਕੇਵਲ ਇੱਕ ਮਜ਼ਹਬ ਦੇ ਨਹੀਂ, ਸਤਿਗੁਰੂ ਧਰਮ ਦੀ ਚਾਦਰ। ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਧਰਮ ਦੀ ਵਿਆਖਿਆ ਕਰਕੇ ਵਿਖਾਈ। ਕਿਸੇ ਦੂਸਰੇ ਦੇ ਭਲੇ ਵਾਸਤੇ ਖੁਦ ਕੁਰਬਾਨ ਹੋ ਜਾਣਾ, ਇਸ ਤੋਂ ਵੱਡਾ ਦੁਨੀਆ ਦੇ ਤਖਤੇ ਤੇ ਕੋਈ ਧਰਮ ਹੀ ਨਹੀਂ ਹੁੰਦਾ। ਜਦੋਂ ਧੰਨ ਗੁਰੂ ਨਾਨਕ ਸਾਹਿਬ ਨੂੰ ਪੀਰ ਦਸਤਗੀਰ ਨੇ ਪੁੱਛਿਆ, ਫਕੀਰ ਕੌਣ ਹੁੰਦਾ ਹੈ, ਧਰਮੀ ਕੌਣ ਹੁੰਦਾ ਹੈ, ਤੇ ਗੁਰੂ ਨਾਨਕ ਸਾਹਿਬ ਨੇ ਕਿਹਾ, ਬਾ ਇੰਤਹਾਏ ਫਕੀਰੀ ਫਨਾ ਅਸਤ, ਬਾ ਇੰਤਹਾਏ ਫਕੀਰੀ ਬਕਾ ਅਸਤ। ਫਕੀਰ ਕੇਵਲ ਪਹਿਰਾਵੇ ਲਿਬਾਸ ਕਰਕੇ ਨਹੀਂ ਕਹਿਲਾਇਆ ਜਾਂਦਾ। ਅਸਲ ਵਿੱਚ ਫਕੀਰ ਉਹ ਹੁੰਦਾ ਹੈ ਜਿਹੜਾ ਕਿਸੇ ਦੂਸਰੇ ਦੇ ਭਲੇ ਵਾਸਤੇ ਖੁਦ ਸਿਰ ਧੜ ਦੀ ਬਾਜੀ ਵੀ ਲਾ ਜਾਵੇ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਗ ਬਹਾਦਰ ਧਰਮ ਤੁਜ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਕਵੀ ਸੰਤੋਖ ਸਿੰਘ ਜੀ ਨੇ ਧਰਮ ਦਾ ਨਿਸ਼ਾਨ ਕਿਹਾ ਕਿ ਦੁਨੀਆ ਦੇ ਤਖਤੇ ਤੇ ਧਰਮ ਦਾ ਨਿਸ਼ਾਨ ਨਹੀਂ ਸੀ ਰਹਿਣਾ ਜੇ ਗੁਰੂ ਤੇਗ ਬਹਾਦਰ ਜੀ ਸਿਰ ਧੜ ਦੀ ਬਾਜੀ ਨਾ ਲਾਉਂਦੇ। ਸੋ ਐਸੇ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਇਹਨਾਂ ਪੰਜਾਂ ਸਿੱਖਾਂ ਨੇ ਸਭ ਤੋਂ ਪਹਿਲਾਂ ਸਿਰ ਦੇ ਕਰਕੇ ਖਾਲਸਾ ਜੀ ਖਾਲਸੇ ਦੇ ਰੂਪ ਦੇ ਵਿੱਚ ਉਜਾਗਰ ਹੋ ਕਰਕੇ ਗੁਰੂ ਕੇ ਪਿਆਰੇ ਬਣ ਗਏ। ਦੇਵਾ ਸਿੰਘ ਫੁਨ ਰਾਮ ਸਿੰਘ, ਟਹਿਲ ਸਿੰਘ ਮਤ ਧੀਰ। ਤੇ ਪੰਜਾਂ ਪਿਆਰਿਆਂ ਦੀ ਚੋਣ ਤੋਂ ਬਾਅਦ ਉਸ ਤੋਂ ਬਾਅਦ ਫਿਰ ਪੰਜ ਵੀਰ ਆਉਂਦੇ ਨੇ। ਅਰਦਾਸ ਦੇ ਵਿੱਚ ਅੱਜ ਵੀ ਸੱਚਖੰਡ ਸ੍ਰੀ ਹਜੂਰ ਸਾਹਿਬ ਦਲਾਂ ਪੰਥਾਂ ਵਿੱਚ ਸੰਪਰਦਾਵਾਂ ਦੇ ਵਿੱਚ ਜਿੱਥੇ ਪੰਜਾਂ ਪਿਆਰਿਆਂ ਦਾ ਜ਼ਿਕਰ ਆਉਂਦਾ, ਸਾਹਿਬਜ਼ਾਦਿਆਂ ਦਾ, ਉੱਥੇ ਪੰਜਾਂ ਵੀਰਾਂ ਦਾ ਵੀ ਜ਼ਿਕਰ ਆਉਂਦਾ। ਪੰਜ ਵੀਰ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਪੰਜਾਂ ਪਿਆਰਿਆਂ ਤੋਂ ਬਾਅਦ ਪੰਜ ਅੰਮ੍ਰਿਤ ਛਕਦੇ ਨੇ। ਉਹਨਾਂ ਪੰਜਾਂ ਦੇ ਵੀ ਨਾਮ ਇਹਦੇ ਵਿੱਚ ਆਉਣਗੇ। ਤੇ ਸਭ ਤੋਂ ਵੱਡੀ ਗੱਲ ਇਹ, ਜਿਨ੍ਹਾਂ ਪੰਜਾਂ ਪਿਆਰਿਆਂ ਤੋਂ ਬਾਅਦ ਵਿੱਚ ਪੰਜਾਂ ਸਿੱਖਾਂ ਨੇ ਅੰਮ੍ਰਿਤ ਛਕਿਆ, ਇਹ ਪੰਜੇ ਦੇ ਪੰਜੇ ਚਮਕੌਰ ਦੀ ਗੜੀ ਵਿੱਚ ਸ਼ਹੀਦੀਆਂ ਵੀ ਪਾਉਂਦੇ ਨੇ। ਇਸ ਤਰ੍ਹਾਂ ਕਲਗੀਆਂ ਵਾਲੇ ਪਾਤਸ਼ਾਹ ਦੇ, ਸੱਚੇ ਪਾਤਸ਼ਾਹ ਦੇ ਚਰਨਾਂ ਤੋਂ ਤਨ ਕੁਰਬਾਨ ਕਰਦੇ। ਸੋ ਖਾਲਸਾ ਜੀ, ਹੁਣ ਉਹਨਾਂ ਦੇ ਨਾਮ ਬਾਰੇ ਦੱਸਦੇ ਕਿ ਸਭ ਤੋਂ ਪਹਿਲਾਂ ਭਾਈ ਦੇਵਾ ਸਿੰਘ ਜੀ, ਇਹਨਾਂ ਨੇ ਜਾ ਕਰਕੇ ਪੰਜਾਂ ਪਿਆਰਿਆਂ ਤੋਂ ਬਾਅਦ ਸਭ ਤੋਂ ਪਹਿਲਾਂ ਅੰਮ੍ਰਿਤ ਛਕਿਆ। ਈਸ਼ਰ ਸਿੰਘ ਬਰ ਫਤਿਹ ਸਿੰਘ, ਇਹ ਪੰਚੇ ਮੁਕਤੇ ਬਰ ਵੀਰ। ਦੇਵਾ ਸਿੰਘ ਫੁਨ ਰਾਮ ਸਿੰਘ, ਟਹਿਲ ਸਿੰਘ ਮਤ ਧੀਰ। ਭਾਈ ਦੇਵਾ ਸਿੰਘ ਜੀ ਤੋਂ ਬਾਅਦ ਭਾਈ ਸਾਹਿਬ ਭਾਈ ਰਾਮ ਸਿੰਘ ਜੀ, ਉਸ ਤੋਂ ਬਾਅਦ ਭਾਈ ਸਾਹਿਬ ਭਾਈ ਟਹਿਲ ਸਿੰਘ ਜੀ। ਇਹ ਤਿੰਨ ਗੁਰੂ ਕੇ ਸਿੱਖ ਹੁਣ ਖਾਲਸਾ ਜੀ ਪੰਜਾਂ ਪਿਆਰਿਆਂ ਤੋਂ ਬਾਅਦ ਜਾ ਕੇ ਕਲਗੀਆਂ ਵਾਲੇ ਦੇ ਚਰਨਾਂ ਦੇ ਵਿੱਚ ਜਾ ਕੇ ਅੰਮ੍ਰਿਤ ਛਕਦੇ ਨੇ। ਈਸ਼ਰ ਸਿੰਘ ਬਰ ਫਤਿਹ ਸਿੰਘ, ਇਹ ਪੰਚੇ ਮੁਕਤੇ ਬਰ ਵੀਰ। ਤੇ ਭਾਈ ਈਸ਼ਰ ਸਿੰਘ ਜੀ ਤੇ ਭਾਈ ਫਤਿਹ ਸਿੰਘ ਜੀ, ਇਹ ਪੰਜ ਵੀਰ ਹੋ ਗਏ। ਭਾਈ ਦੇਵਾ ਸਿੰਘ, ਭਾਈ ਰਾਮ ਸਿੰਘ, ਭਾਈ ਟਹਿਲ ਸਿੰਘ, ਭਾਈ ਈਸ਼ਰ ਸਿੰਘ ਤੇ ਭਾਈ ਫਤਿਹ ਸਿੰਘ। ਤੇ ਇਹਨਾਂ ਪੰਜਾਂ ਗੁਰਸਿੱਖਾਂ ਨੇ ਚਮਕੌਰ ਦੀ ਗੜੀ ਵਿੱਚ ਸ਼ਹੀਦੀਆਂ ਪਾਈਆਂ। ਪਰ ਵੇਖੋ, ਜਿਨ੍ਹਾਂ ਪੰਜਾਂ ਨੇ ਜਾ ਕੇ ਅੰਮ੍ਰਿਤ ਛਕਿਆ, ਕਲਗੀਆਂ ਵਾਲੇ ਨੇ ਕੈਸਾ ਮਾਣ ਦਿੱਤਾ ਖਾਲਸੇ ਪੰਥ ਨੂੰ ਕਿ ਸਤਿਗੁਰੂ ਨੇ ਆਪਣੇ ਸਾਹਿਬਜ਼ਾਦਿਆਂ, ਆਪਣੇ ਲਖਤੇ ਜਿਗਰਾਂ ਤੋਂ ਉਹ ਵੱਧ ਲਾੜ ਖਾਲਸਾ ਜੀ ਆਪਣੇ ਖਾਲਸੇ ਨਾਲ ਲੜਾਇਆ। ਇਸੇ ਕਰਕੇ ਅਰਦਾਸ ਦੇ ਵਿੱਚ ਨਾ ਚਾਰ ਸਾਹਿਬਜ਼ਾਦਿਆਂ ਦਾ ਨਾਮ ਬਾਅਦ ਵਿੱਚ ਆਉਂਦਾ, ਪਹਿਲਾਂ ਪੰਜਾਂ ਪਿਆਰਿਆਂ ਦਾ ਨਾਮ ਆਉਂਦਾ। ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਪਹਿਲਾਂ ਪੰਜਾਂ ਪਿਆਰਿਆਂ ਦਾ ਨਾਮ। ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਪੰਜਾਂ ਨੂੰ ਸਭ ਤੋਂ ਵੱਡਾ ਰੁਤਬਾ ਦੇ ਦਿੱਤਾ, ਸਭ ਤੋਂ ਵੱਡਾ ਲਾਡ ਲਦਾਇਆ। ਤੇ ਕਲਗੀਆਂ ਵਾਲੇ ਪਾਤਸ਼ਾਹ ਦਾ ਇੱਕ ਬਚਨ ਆਪਾਂ ਸਾਰੇ ਪੜ੍ਹਦੇ ਹਾਂ। ਦਮਦਮਾ ਸਾਹਿਬ ਦੀ ਧਰਤੀ ਤੇ ਜਦੋਂ ਮਾਤਾਵਾਂ ਨੇ ਪੁੱਛਿਆ ਲਾਲ ਨਜ਼ਰ ਨਹੀਂ ਆਉਂਦੇ, ਤੇ ਖਾਲਸਾ ਜੀ ਢਾਡੀਆਂ ਕਵੀਸ਼ਰਾਂ ਦੀ ਇੱਕ ਰਚਨਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਸਾਰੇ ਆਪਾਂ ਪੜ੍ਹਦੇ ਹਾਂ। ਪਰ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਆਪਣੇ ਮੁਖਾਰ ਬਿੰਦ ਤੋਂ ਬਾਣੀ ਉਚਾਰੀ। ਕਲਗੀਧਰ ਪਾਤਸ਼ਾਹ ਜੀ ਨੇ ਮਾਤਾਵਾਂ ਨੂੰ ਜਵਾਬ ਦੇਣ ਵਾਸਤੇ ਬਾਣੀ ਉਚਾਰੀ। ਸਰਬਲੋ ਦੇ ਵਿੱਚ ਪੰਕਤੀ ਅੰਕਿਤ ਹੈ। ਸਤਿਗੁਰੂ ਕਹਿੰਦੇ, ਸ਼੍ਰੀ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਫਤਿਹ ਸਿੰਘ ਪ੍ਰੀਏ। ਮਾਤਾ ਜੀ ਨੂੰ ਕਹਿੰਦੇ ਨੇ ਇਹ ਚਾਰ ਲਖਤੇ ਜਿਗਰ ਨੇ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਇਹ ਚਾਰ ਸਾਨੂੰ ਪਿਆਰੇ ਨੇ। ਪਰ ਇੱਕ ਗੱਲ ਸਾਡੀ ਅੱਜ ਧਿਆਨ ਨਾਲ ਸੁਣਿਓ,
ਕਿ ਪੰਚਮ ਖਾਲਸੇ ਸਤਿਗੁਰ ਪੂਰਾ, ਜਿਨ ਇਹ ਪੰਥ ਸੁਪੰਥ ਪ੍ਰਗਟੇ। ਇਹ ਚਾਰ ਪਿਆਰੇ ਨੇ, ਪਰ ਜਿਹੜਾ ਮੇਰਾ ਪੰਜਵਾਂ ਖਾਲਸਾ ਸਾਹਿਬਜ਼ਾਦਾ ਮੈਨੂੰ ਚਾਰਾਂ ਤੋਂ ਵੀ ਵੱਧ ਪਿਆਰਾ ਹੈ। ਤੇ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਮੁਰਸ਼ਦ ਨਹੀਂ ਕਿ ਮਹਾਰਾਜ ਨੇ, ਆਪਾਂ ਤੇ ਕਹਿੰਦੇ ਆ ਨਾ ਵੀ ਕਲਗੀਆਂ ਵਾਲੇ ਨੇ ਕਿਹਾ ਖਾਲਸਾ ਮੇਰਾ ਪੁੱਤਰ ਹੈ, ਖਾਲਸਾ ਮੇਰਾ ਸਾਹਿਬਜ਼ਾਦਾ ਹੈ। ਪਰ ਗੁਰੂ ਗੋਬਿੰਦ ਸਿੰਘ ਨੇ ਜਦੋਂ ਖਾਲਸੇ ਦੀ ਸਿਫਤ ਕੀਤੀ, ਮਹਾਰਾਜ ਕਹਿੰਦੇ ਪੰਚਮ ਖਾਲਸੇ ਸਤਿਗੁਰ ਪੂਰਾ। ਇਹ ਨਹੀਂ ਕਿਹਾ ਵੀ ਪੰਜਵਾਂ ਖਾਲਸਾ ਮੇਰਾ ਪੁੱਤਰ ਹੈ। ਸਤਿਗੁਰੂ ਕਹਿੰਦੇ ਮੈਂ ਆਪਣੇ ਖਾਲਸੇ ਨੂੰ ਸਤਿਗੁਰੂ ਬਣਾ ਚੱਲਾਂ। ਕਿੰਨਾ ਵੱਡਾ ਮਾਣ ਕਲਗੀਆਂ ਵਾਲੇ ਨੇ ਖਾਲਸੇ ਨੂੰ ਦਿੱਤਾ, ਸਤਿਗੁਰ ਪੂਰਾ। ਤੇ ਕਹਿੰਦੇ ਜਿਨ ਇਹ ਪੰਥ ਸੁਪੰਥ ਪ੍ਰਗਟੇ, ਪਰ ਅੱਗੇ ਖਾਲਸੇ ਦੀ ਨਿਸ਼ਾਨੀ ਦੱਸ ਦਿੱਤੀ। ਮਹਾਰਾਜ ਨੇ ਦੋ ਸ਼ਬਦ ਵਰਤੇ, ਪੰਥ ਤੇ ਦੂਸਰਾ ਸ਼ਬਦ ਵਰਤਿਆ ਸੁਪੰਥ। ਜਿਵੇਂ ਖਾਲਸਾ ਜੀ ਪੁੱਤਰ ਸਾਰਿਆਂ ਘਰ ਹੁੰਦੇ ਨੇ, ਜਿਹੜਾ ਪੁੱਤਰ ਆਗਿਆਕਾਰੀ ਹੁੰਦਾ ਹੈ ਆਪਾਂ ਕਹਿੰਦੇ ਆ ਸਪੁੱਤਰ ਹੈ। ਜਿਹੜਾ ਪੁੱਤਰ ਮਾਪਿਓ ਦਾ ਕਹਿਣਾ ਨਹੀਂ ਮੰਨਦਾ ਤੇ ਆਪਾਂ ਕਹਿੰਦੇ ਆ ਕਪੁੱਤ ਹੋ ਗਿਆ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਦੁਨੀਆ ਵਿੱਚ ਪੰਥ ਬੜੇ ਨੇ, ਪਰ ਜਿਹੜਾ ਮੇਰਾ ਖਾਲਸਾ ਪੰਥ ਹੈ ਇਹ ਸੁਪੰਥ ਹੈ, ਕਿਉਂਕਿ ਖਾਲਸਾ ਸਦਾ ਗੁਰੂ ਦੀ ਆਗਿਆ ਵਿੱਚ ਰਹਿੰਦਾ, ਗੁਰੂ ਦੇ ਹੁਕਮ ਵਿੱਚ ਰਹਿੰਦਾ। ਤੇ ਜਿਹੜਾ ਗੁਰੂ ਦੇ ਹੁਕਮ ਵਿੱਚ ਰਹਿੰਦਾ ਅਸਲ ਵਿੱਚ ਉਹੀ ਖਾਲਸਾ ਕਹਿਲਾਉਂਦਾ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਤਿਸਕਾ ਚੇਰਾ। ਖਾਲਸਾ ਜੀ ਕਿਤੇ ਕਲਗੀਆਂ ਵਾਲੇ ਪਾਤਸ਼ਾਹ ਦੀ ਰਹਿਤ ਮਰਿਆਦਾ ਤੇ ਚੱਲ ਕੇ ਵੇਖੀਏ, ਸੱਚਮੁੱਚ ਘਰ ਦੇ ਵਿੱਚ ਸੱਚਖੰਡ ਬਣ ਜਾਂਦਾ। ਕਲਗੀਆਂ ਵਾਲੇ ਪਾਤਸ਼ਾਹ ਦੀਆਂ ਰਹਿਮਤਾਂ ਵਰਸਣ ਲੱਗ ਜਾਂਦੀਆਂ। ਸੋ ਪੰਜਾਂ ਪਿਆਰਿਆਂ ਤੋਂ ਬਾਅਦ ਇਹਨਾਂ ਪੰਜਾਂ ਵੀਰਾਂ ਨੇ ਜਾ ਕਰਕੇ ਕਲਗੀਆਂ ਵਾਲੇ ਤੋਂ ਖੰਡੇ ਦੀ ਪੋਹਲ ਲਈ। ਸਵਈਆ ਆਚੁੱਤ ਆਦ ਅਨੰਤ ਸੋ ਸੁੰਦਰ, ਖੋਜਤ ਹੈ ਜਿਹ ਕੋ ਸੁਰ ਰਾਈ। ਹੁਣ ਇਸ ਸਵਈਏ ਵਿੱਚ ਮਹਾਰਾਜ ਦੇ ਅੰਮ੍ਰਿਤ ਦੀ ਮਹਾਨਤਾ ਦੱਸੀ ਜਾ ਰਹੀ ਹੈ। ਆਪਾਂ ਤੇ ਕਈ ਵਾਰ ਕਹਿ ਦਿੰਦੇ ਨਾ ਮਨ ਸਾਫ਼ ਹੋਣਾ ਚਾਹੀਦਾ, ਅੰਮ੍ਰਿਤ ਛਕਣ ਨਾਲ ਕੀ ਹੋ ਜਾਵੇਗਾ। ਪਰ ਇਸ ਸਵਈਏ ਵਿੱਚ ਦੱਸਿਆ ਵੀ ਮਨ ਸਾਫ਼ ਤੇ ਕਲਗੀਆਂ ਵਾਲੇ ਤੋਂ ਵੱਧ ਕਿਸੇ ਦਾ ਹੋ ਨਹੀਂ ਸਕਦਾ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਦੱਸ ਕੇ ਫਿਰ ਦੱਸਣਗੇ ਵੀ ਕਲਗੀਆਂ ਵਾਲੇ ਨੇ ਵੀ ਅੰਮ੍ਰਿਤ ਮੰਗਿਆ। ਤੇ ਖਾਲਸਾ ਜੀ ਕਈ ਇਹ ਵੀ ਕਹਿ ਦਿੰਦੇ ਵੀ ਹੁਕਮ ਹੋਵੇਗਾ ਤੇ ਅੰਮ੍ਰਿਤ ਛਕਾਂਗੇ। ਤੇ ਮੈਂ ਅਕਸਰ ਬੇਨਤੀ ਕਰਦਾ ਵੀ ਹੁਕਮ ਤੇ ਕਲਗੀਆਂ ਵਾਲੇ ਨੇ ਤਖਤ ਕੇਸਗੜ੍ਹ ਸਾਹਿਬ ਵਿਖੇ ਖੜ ਕੇ ਕਰ ਦਿੱਤਾ ਵੀ ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪੋਹਲ ਛਕੈ, ਸੋਈ ਸਿੰਘ ਪ੍ਰਧਾਨ ਅਵਰ ਪੋਹਲ ਨਾ ਜੋ ਲੇ। ਉੱਥੇ ਹੁਕਮ ਹੋ ਗਿਆ। ਹੁਣ ਕਲਗੀਆਂ ਵਾਲੇ ਨੇ ਕਿਸੇ ਨੂੰ ਡਾਇਰੈਕਟ ਮੈਸੇਜ ਨਹੀਂ ਕਰਨਾ, ਕਿਸੇ ਦੇ ਘਰ ਵਿੱਚ ਚਿੱਠੀ ਨਹੀਂ ਪਾਉਣੀ। ਸਮੁੱਚੀ ਜਗਤ ਲੋਕਾਈ ਵਾਸਤੇ ਕਲਗੀਆਂ ਵਾਲੇ ਨੇ ਆਨੰਦਾਂ ਦੀ ਪੁਰੀ ਵਿੱਚ ਹੁਕਮ ਕੀਤਾ ਕਿ ਭਾਈ ਅੰਮ੍ਰਿਤ ਛਕੋ। ਜਿਹੜਾ ਖੰਡੇ ਦੀ ਪੋਹਲ ਲਵੇਗਾ ਉਹੀ ਗੁਰੂ ਨਾਨਕ ਦੇ ਘਰ ਦੇ ਵਿੱਚ ਸਿੱਖੀ ਕਮਾ ਸਕੇਗਾ। ਸੋ ਖਾਲਸਾ ਜੀ ਅਚੁੱਤ ਆਦ ਅਨੰਤ ਸੋ ਸੁੰਦਰ, ਖੋਜਤ ਹੈ ਜਿਹ ਕੋ ਸੁਰ ਰਾਈ। ਅਚੁੱਤ ਉਹਨੂੰ ਕਹਿੰਦੇ ਨੇ ਜਿਹਦੇ ਤੱਕ ਕਿਸੇ ਦੀ ਪਹੁੰਚ ਨਾ ਹੋਵੇ। ਭਾਵ ਧੰਨ ਗੁਰੂ ਗੋਬਿੰਦ ਸਿੰਘ ਤੱਕ ਸਾਡੀ ਪਹੁੰਚ ਨਹੀਂ। ਮੇਰੇ ਵਰਗੇ ਲੱਖਾਂ ਕਥਾਕਾਰ ਆ ਜਾਣ, ਜਿਤਨੇ ਮਰਜ਼ੀ ਬੁਲਾਰੇ ਆ ਜਾਣ, ਪਰ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਪੂਰੀ ਬਿਆਨ ਨਹੀਂ ਕਰ ਸਕਦੇ। ਕਿਨੀ ਤੇਰਾ ਅੰਤ ਨਾ ਪਾਇਆ। ਕਿਉਂਕਿ ਚਮਕੌਰ ਦੀ ਗੜੀ ਵਿੱਚ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਪੰਜਾਂ ਨੇ ਕਿਹਾ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਹੁਣ ਜੰਗ ਦੇ ਮੈਦਾਨ ਵਿੱਚ ਜੂਝਣ ਦਾ ਸਮਾਂ ਹੈ। ਤੇ ਭਾਈ ਸਾਹਿਬ ਭਾਈ ਦਇਆ ਸਿੰਘ ਕਹਿਣ ਲੱਗੇ ਕਲਗੀਆਂ ਵਾਲੇ ਸਤਿਗੁਰੂ, ਗੁਰੂ ਗੋਬਿੰਦ ਸਿੰਘ ਉਸ ਹਸਤੀ ਦਾ ਨਾਮ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਆਪ ਜੀ ਦੁਨੀਆ ਦੇ ਤਖਤੇ ਤੇ 1.25 ਲੱਖ ਵੀ ਵਿਚਰੋ, ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਤੁਸੀਂ ਇਕੱਲੇ ਵੀ ਵਿਚਰੋ ਤੇ ਗੁਰੂ ਗੋਬਿੰਦ ਸਿੰਘ ਵਿੱਚ ਤਾਕਤ ਹੈ। ਇਹ 96 ਕਰੋੜ ਖਾਲਸਾ ਬਣਾ ਸਕਦਾ ਹੈ, ਪਰ 96 ਕਰੋੜ ਖਾਲਸੇ ਇਕੱਠੇ ਹੋ ਕੇ ਇੱਕ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ। ਖਾਲਸੇ ਜਿੰਨੀ ਮਰਜ਼ੀ ਇਕੱਠੇ ਹੋ ਜਾਣ, ਇੱਕ ਗੁਰੂ ਗੋਬਿੰਦ ਸਿੰਘ ਨਹੀਂ ਬਣਨਾ। ਪਰ ਗੁਰੂ ਗੋਬਿੰਦ ਸਿੰਘ ਦੀ ਨਿਗਾਹ ਕਿਸੇ ਤੇ ਪੈ ਜਾਵੇ ਉਹ ਖਾਲਸਾ ਬਣ ਜਾਂਦਾ। ਸੋ ਐਸੇ ਵਡਿਆਈ ਦੇ ਮਾਲਕ ਅਚੁੱਤ ਆਦ ਅਨੰਤ, ਆਦ ਕਾਲ ਤੋਂ ਦੁਨੀਆ ਦੇ ਬਣਨ ਤੋਂ ਪਹਿਲਾਂ, ਬ੍ਰਹਮੰਡ ਦੀ ਰਚਨਾ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਤ ਵਡਿਆਈ ਦੇ ਮਾਲਕ ਨੇ। ਪਾਤਸ਼ਾਹ ਦੀ ਵਡਿਆਈ ਦਾ ਕੋਈ ਅੰਤ ਨਹੀਂ ਪਾ ਸਕਦਾ। ਸੋ ਸੁੰਦਰ ਹੈ ਖੋਜਤ ਜਿਹ ਕੋ ਸੁਰ ਰਾਈ। ਕਹਿੰਦੇ ਐਸੇ ਸੁੰਦਰ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਨੂਰਾਨੀ ਚਿਹਰਾ ਐਸਾ ਹੈ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਤੱਕਦਾ ਹੀ ਰਹਿ ਜਾਂਦਾ ਹੈ। ਖਾਲਸਾ ਜੀ ਇਸ ਚਿਹਰੇ ਨੂੰ
ਇੱਕ ਬਾਲ ਅਵਸਥਾ ਦੇ ਵਿੱਚ ਬਾਲਕ ਨੇ ਦੀਪੇ ਨੇ ਤੱਕਿਆ ਤੇ ਗੁਰੂ ਗੋਬਿੰਦ ਸਿੰਘ ਦੇ ਨੂਰਾਨੀ ਚਿਹਰੇ ਨੂੰ ਤੱਕ ਕੇ ਹੀ ਅੰਦਰ ਨਾਮ ਦਾ ਦੀਪ ਜਗ ਗਿਆ ਤੇ ਉਹ ਬਾਲਕ ਅੰਮ੍ਰਿਤ ਛਕ ਕੇ ਬਾਬਾ ਦੀਪ ਸਿੰਘ ਬਣ ਗਏ। ਇਸ ਚਿਹਰੇ ਨੂੰ ਭਾਈ ਨੰਦ ਲਾਲ ਗੋਇਆ ਨੇ ਤੱਕਿਆ। ਖਾਲਸਾ ਜੀ ਜਿਹੜਾ ਸ਼ਾਹੀ ਦਰਬਾਰ ਦੇ ਵਿੱਚ ਵਿਦਵਾਨ ਵਜੋਂ ਕੰਮ ਕਰਦੇ, ਪਰ ਜਿੱਦਣ ਕਲਗੀਆਂ ਵਾਲੇ ਦੇ ਚਿਹਰੇ ਨੂੰ ਤੱਕਿਆ ਤੇ ਗੁਰੂ ਕੇ ਚਰਨਾਂ ਦੀ ਧੂੜੀ ਲੋਚਣ ਲੱਗ ਪਏ। ਦੀਨ ਦੁਨੀਆ ਦਰ ਕਮੰਦੇ ਆਪਰੀ ਰੁਖਸਾਰ ਮਾਰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਐਸੀ ਹੈ ਕਿ ਸੱਚੇ ਪਾਤਸ਼ਾਹ ਦੀ ਵਡਿਆਈ ਨੂੰ ਲੱਭਣ ਵਾਸਤੇ ਕਹਿੰਦੇ ਸਵਰਗ ਲੋਕ ਦੇ ਦੇਵੀ ਦੇਵਤੇ ਵੀ ਭੱਜੇ ਫਿਰਦੇ ਆ, ਪਰ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੀ ਵਡਿਆਈ ਦਾ ਅੰਤ ਨਹੀਂ। ਇਸੇ ਕਰਕੇ ਜਾਪ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਨਾ ਆਪਾਂ, ਸਾਨੂੰ ਤਾਂ ਕੇਵਲ ਰਮਾਲੇ ਨਜ਼ਰ ਆਉਂਦੇ ਨੇ ਜਾਂ ਕੇਵਲ ਤਾਬਿਆ ਤੇ ਚੌਰ ਸਾਹਿਬ ਕਰਦਾ ਸਿੰਘ ਨਜ਼ਰ ਆਉਂਦਾ, ਪਰ ਖਾਲਸਾ ਜੀ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਉਸ ਸ਼ਖਸੀਅਤ ਦੇ ਮਾਲਕ ਨੇ, ਜਿੱਥੇ ਗੁਰੂ ਗ੍ਰੰਥ ਸਾਹਿਬ ਨੇ ਉੱਥੇ ਗੁਰੂ ਨਾਨਕ ਨੇ। ਤੇ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਆਪਾਂ ਨਮਸਕਾਰ ਨਹੀਂ ਕਰ ਰਹੇ, ਕਹਿੰਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਤਿੰਨੇ ਲੋਕਾਂ ਦੇ ਦੇਵੀ ਦੇਵਤੇ ਰਾਜੇ ਮਹਾਰਾਜੇ ਆ ਕੇ ਵੀ ਗੁਰੂ ਕੇ ਚਰਨਾਂ ਦੀ ਧੂੜੀ ਲੋਚਦੇ ਨੇ। ਜੇ ਆਪਾਂ ਦਰਬਾਰ ਵਿੱਚ ਸਜੇ ਆ, ਜਿਹੜੇ ਸਰੀਰ ਨਜ਼ਰ ਆ ਰਹੇ ਨੇ ਉਹ ਇੱਕ ਪਾਸੇ, ਪਰ ਇਹ ਨਹੀਂ ਪਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿੰਨੀਆਂ ਹੀ ਗੁਪਤ ਰੂਹਾਂ ਆ ਕੇ ਸਤਿਗੁਰਾਂ ਨੂੰ ਨਮਸਕਾਰਾਂ ਕਰਦੀਆਂ। ਪਰ ਗੱਲ ਹੈ ਭਾਵਨਾ ਦੀ। ਮੈਂ ਇੱਕ ਨਿੱਕਾ ਜਿਹਾ ਬਚਨ ਸਾਂਝਾ ਕਰਾਂ ਕਿ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਪੁਰਸ਼ ਕੀਰਤਨ ਕਰ ਰਹੇ ਸੀ ਸਤਿਗੁਰੂ ਦੀ ਹਜ਼ੂਰੀ ਦੇ ਅੰਦਰ, ਤੇ ਖਾਲਸਾ ਜੀ ਕੀਰਤਨ ਇੰਨੇ ਪਿਆਰ ਨਾਲ ਮਹਾਪੁਰਖ ਕਰਿਆ ਕਰਦੇ ਸੀ ਵੀ ਜਦੋਂ ਉਹਨਾਂ ਨੇ ਕੀਰਤਨ ਕਰਨਾ ਇੰਨੇ ਰਸ ਨਾਲ ਕਰਨਾ ਵੀ ਚੰਦੋਏ ਸਾਹਿਬ ਦੇ ਵਿੱਚੋਂ ਵੀ ਅੰਮ੍ਰਿਤ ਚੋਣ ਲੱਗ ਪੈਂਦਾ ਸੀ, ਇੰਨਾ ਭਿੱਜ ਕੇ ਕੀਰਤਨ ਕਰਦੇ ਸੀ। ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰ ਵਿੱਚ ਭਿੱਜ ਕੇ ਕੀਰਤਨ ਕਰ ਰਹੇ ਇੱਕ ਸਿੰਘ ਆਇਆ, ਜਦੋਂ ਸਤਿਗੁਰੂ ਨੂੰ ਨਮਸਕਾਰ ਕੀਤੀ ਜਕਾਰੇ ਗਜਾਉਣ ਲੱਗ ਪਿਆ ਤੇ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਪ੍ਰਤੱਖ ਵੇਖ ਰਿਹਾ। ਤੇ ਖਾਲਸਾ ਜੀ ਜਦੋਂ ਇਸ ਤਰ੍ਹਾਂ ਉਹਨੇ ਰੋਲਾ ਪਾਇਆ, ਮਹਾਪੁਰਖ ਕਹਿੰਦੇ ਸਿੰਘਾਂ ਨੂੰ ਵੀ ਇਹ ਬਾਵਰਾ ਹੋ ਗਿਆ, ਇਹਨੂੰ ਬਾਹਰ ਲੈ ਜਾਓ। ਸਿੰਘਾਂ ਨੇ ਦੋ ਚਾਰ ਨੇ ਉਹਨੂੰ ਆ ਕੇ ਚੰਗੀ ਤਰ੍ਹਾਂ ਸੇਵਾ ਵੀ ਕਰ ਦਿੱਤੀ, ਵੀ ਚੱਲਦੇ ਕੀਰਤਨ ਵਿੱਚ ਰੋਲਾ ਪਾਇਆ। ਪਰ ਜਦੋਂ ਕੀਰਤਨ ਦੀ ਸਮਾਪਤੀ ਹੋਈ, ਬਾਬਾ ਸੁੰਦਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਉਸ ਸਿੰਘ ਨੂੰ ਬੁਲਾਇਆ, ਕਹਿੰਦੇ ਤੂੰ ਅੱਜ ਰੋਲਾ ਕਿਉਂ ਪਾਇਆ? ਕਹਿੰਦਾ ਮਹਾਪੁਰਸ਼ੋ ਮੈਂ ਦਰਬਾਰ ਵਿੱਚ ਵੇਖਿਆ ਤੁਸੀਂ ਕੀਰਤਨ ਕਰ ਰਹੇ ਸੋ ਕਿ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ। ਤੇ ਜਦੋਂ ਤੁਹਾਡੀ ਰਸਨਾ ਤੋਂ ਇਹ ਪੰਕਤੀ ਆਈ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚੋਂ ਕਲਗੀਧਰ ਪਾਤਸ਼ਾਹ ਪ੍ਰਗਟ ਹੋਏ, ਮਹਾਰਾਜ ਨੇ ਪਰਿਕਰਮਾ ਕੀਤੀ ਤੇ ਆਪ ਜੀ ਦੇ ਮੋਢੇ ਤੇ ਬਾਹ ਰੱਖ ਕੇ ਸੱਚੇ ਪਾਤਸ਼ਾਹ ਨੇਤਰ ਬੰਦ ਕਰਕੇ ਕੀਰਤਨ ਵਿੱਚ ਝੂਮਣ ਲੱਗ ਪਏ। ਤੇ ਖਾਲਸਾ ਜੀ ਬਾਬਾ ਸੁੰਦਰ ਸਿੰਘ ਹੱਸ ਕੇ ਕਹਿੰਦੇ ਸਿੰਘਾ ਜਿਹਦੇ ਮੋਢੇ ਤੇ ਕਲਗੀਆਂ ਵਾਲੇ ਨੇ ਬਾਹ ਰੱਖੀ ਕਿ ਉਹਨੂੰ ਪਤਾ ਨਹੀਂ, ਭਾਵ ਸਾਧ ਕੈ ਸੰਗ ਅਜਰ ਜਰੈ। ਮਹਾਪੁਰਖ ਕਹਿਣ ਲੱਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਗੁਰੂ ਗੋਬਿੰਦ ਸਿੰਘ ਸਦਾ ਉੱਥੇ ਨੇ। ਬਸ ਰੋਲਾ ਪਾਉਣ ਦੀ ਥਾਂ ਭਾਵਨਾ ਨਾਲ ਗੁਰੂ ਗੋਬਿੰਦ ਸਿੰਘ ਨੂੰ ਵੇਖਣ ਦਾ ਯਤਨ ਕਰਿਆ ਕਰੋ। ਤੇ ਜੇ ਅੱਜ ਨਮਸਕਾਰਾਂ ਕਰ ਰਹੇ ਆ, ਅੱਜ ਵੀ ਕਲਗੀਆਂ ਵਾਲੇ ਪਾਤਸ਼ਾਹ ਦੀ ਰਹਿਮਤ ਵਰਤ ਰਹੀ ਹੈ। ਸਤ ਆਕਾਸ਼ ਪਤਾਰਨ ਭੀਤਰ ਰਾਜਤ ਅਜਿਹ ਕੀ ਪ੍ਰਭਤਾਈ। ਇਸਲਾਮ ਮਤ ਵਿੱਚ ਸੱਤਾਂ ਆਕਾਸ਼ਾਂ ਦੀ ਪ੍ਰਭਤਾ ਬੜੀ ਮੰਨੀ ਗਈ ਹੈ। ਇਸ ਰਚਨਾ ਵਿੱਚ ਕਿਹਾ ਵੀ ਸੱਤਾਂ ਆਕਾਸ਼ਾਂ ਦੇ ਵਿੱਚ ਜੇ ਕਿਸੇ ਦੀ ਪ੍ਰਭਤਾ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ, ਕਿਸੇ ਹੋਰ ਦੀ ਨਹੀਂ। ਗੁਰੂ ਗੋਬਿੰਦ ਸਿੰਘ ਵਰਗਾ ਬਾਦਸ਼ਾਹ ਦਰਵੇਸ਼ ਕੋਈ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਸ਼ਾਹੀ ਸ਼ਹਿਨਸ਼ਾਹ ਵੀ ਕੋਈ ਨਹੀਂ। ਖਾਲਸਾ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਸ਼ਹਿਨਸ਼ਾਹ, ਐਸੇ ਬਾਦਸ਼ਾਹ ਦਰਵੇਸ਼ ਨੇ। ਤੇ ਕਲਗੀਆਂ ਵਾਲੇ ਦੀ ਨਿਗਾਹ ਵਿੱਚ ਇਹ ਤਾਕਤ ਹੈ ਵੀ ਮਹਾਰਾਜ ਵੈਰਾਗੀ ਤੋਂ ਬਹਾਦਰ ਤੇ ਬਹਾਦਰ ਤੋਂ ਵੈਰਾਗੀ ਬਣਾ ਦਿੰਦੇ। ਵੇਖੋ ਮਾਧੋ ਦਾਸ ਵੈਰਾਗੀ ਸੀ, ਕਲਗੀਆਂ ਵਾਲੇ ਪਾਤਸ਼ਾਹ ਨੇ ਨਿਗਾਹ ਭਰ ਕੇ ਵੇਖਿਆ, ਜਿਨੇ ਸ਼ਸਤਰ ਤਿਆਗ ਦਿੱਤੇ ਆ, ਕਲਗੀਆਂ ਵਾਲੇ ਦੀ ਇੱਕ ਨਿਗਾਹ ਨੇ ਮਾਧੋ ਦਾਸ ਵੈਰਾਗੀ ਨੂੰ ਬੰਦਾ ਸਿੰਘ ਬਹਾਦਰ ਬਣਾ ਦਿੱਤਾ। ਤੇ ਜਿਹੜਾ ਬਹਾਦਰ ਹੈ ਸੈਦ ਖਾਂ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿੱਤਣ ਵਾਸਤੇ ਜਾ ਰਿਹਾ ਹੈ, ਪਰ
ਜਦੋਂ ਉਸ ਦੀ ਭੈਣ ਨਸੀਰਾ ਨੇ ਕਿਹਾ ਖੁਦਾ ਦਾ ਰੂਪ ਹੈ, ਮਨ ਵਿੱਚ ਭਾਵਨਾ ਜਾਗ ਗਈ। ਜੰਗ ਦੇ ਮੈਦਾਨ ਵਿੱਚ ਉਹ ਬਹਾਦਰ ਗਿਆ, ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਤੇ ਮਨ ਵਿੱਚ ਸੋਚਦਾ ਵੀ ਜੇ ਖੁਦਾ ਦਾ ਰੂਪ ਹੈ ਪਹਿਲਾਂ ਵਾਰ ਕਰਨ ਦਾ ਹੁਕਮ ਮੈਨੂੰ ਦੇ ਦੇਵੇ। ਤੇ ਕਲਗੀਧਰ ਪਾਤਸ਼ਾਹ ਦੀ ਕਿਰਪਾ ਵੇਖੋ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਕਹਿੰਦੇ ਹਜੇ ਮਨ ਵਿੱਚ ਸੋਚ ਹੀ ਰਿਹਾ ਸੀ, ਗੁਰੂ ਗੋਬਿੰਦ ਸਿੰਘ ਘੋੜਾ ਭਜਾ ਕੇ ਉਹਦੇ ਘੋੜੇ ਦੇ ਸਾਹਮਣੇ ਘੋੜਾ ਖੜਾ ਕਰਕੇ ਕਹਿੰਦੇ ਸੂਰਮਿਆ ਵਾਰ ਵੀ ਕਰੇਗਾ ਕਿ ਸੋਚੀ ਜਾਵੇਗਾ। ਸੂਰਮਿਆਂ ਦਾ ਕੰਮ ਵਾਰ ਕਰਨਾ ਹੁੰਦਾ, ਸੋਚਣਾ ਨਹੀਂ ਹੁੰਦਾ। ਤੇ ਵੇਖੋ ਕਲਗੀਆਂ ਵਾਲੇ ਦੀ ਨਿਗਾਹ, ਜਿਹੜਾ ਸ਼ਸਤਰ ਚੱਕ ਕੇ ਬਹਾਦਰ ਬਣ ਕੇ ਗਿਆ, ਕਲਗੀਆਂ ਵਾਲੇ ਦੇ ਪ੍ਰਤਾਪੀ ਚਿਹਰੇ ਨੂੰ ਵੇਖ ਕੇ ਘੋੜੇ ਤੋਂ ਥੱਲੇ ਉਤਰ ਕੇ ਕਲਗੀਆਂ ਵਾਲੇ ਦੇ ਚਰਨਾਂ ਤੇ ਮੱਥਾ ਧਰ ਕੇ ਉੱਚੀ ਉੱਚੀ ਕਹਿੰਦਾ ਖੁਦਾ ਆਇਤ ਕੇ ਆਇਤ ਖੁਦਾ। ਜਿਵੇਂ ਮੱਖਣ ਸ਼ਾਹ ਲਬਾਣੇ ਨੇ ਕਿਹਾ ਨਾ ਗੁਰ ਲਾਦੋ ਰੇ, ਅੱਜ ਸੈਦ ਖਾਨ ਨੇ ਵੀ ਕਹਿ ਦਿੱਤਾ ਮੈਂ ਖੁਦਾ ਦੇ ਦਰਸ਼ਨ ਕਰ ਲਏ। ਇਹ ਹੈ ਕਲਗੀਆਂ ਵਾਲੇ ਦੀ ਤਾਕਤ। ਇਹ ਬਾਦਸ਼ਾਹ ਦਰਵੇਸ਼ ਸਤਿਗੁਰੂ ਵੈਰਾਗੀ ਤੋਂ ਬਹਾਦਰ ਤੇ ਬਹਾਦਰ ਤੋਂ ਵੈਰਾਗੀ ਬਣਾ ਦਿੰਦੇ ਨੇ। ਰਾਜਨ ਇੰਦ ਗਜੇਂਦਰ ਅਰੁਣਾਚਲ, ਸ੍ਰੀ ਗੁਰੂ ਗੋਬਿੰਦ ਸਿੰਘ ਪ੍ਰਭੂ ਸੁਖਦਾਈ। ਸੋ ਖਾਲਸਾ ਜੀ, ਰਾਜਨ ਇੰਦ ਗਜੇਂਦਰ ਅਰੁਣਾਚਲ ਕਹਿੰਦੇ ਐਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਸਵਰਗ ਲੋਕ ਦਾ ਰਾਜਾ ਇੰਦਰ ਦੇਵਤਾ ਵੀ ਆ ਕਰਕੇ ਮਹਾਰਾਜ ਦੇ ਚਰਨਾਂ ਦੀ ਧੂੜੀ ਲੋਚਦਾ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਪ੍ਰਭੂ ਸੁਖਦਾਈ ਜਿਹੜਾ ਵੀ ਆਪਣੇ ਰਸਨਾ ਤੋਂ ਇੱਕ ਵਾਰ ਧੰਨ ਗੁਰੂ ਗੋਬਿੰਦ ਸਿੰਘ ਕਹਿ ਦਿੰਦਾ ਹੈ ਨਾ, ਤੇ ਕਲਗੀਆਂ ਵਾਲੇ ਪਾਤਸ਼ਾਹ ਉਸ ਸਿੱਖ ਦਾ ਜੀਵਨ ਸੁੱਖਾਂ ਨਾਲ ਭਰ ਦਿੰਦੇ। ਇਹ ਕਲਗੀਆਂ ਵਾਲਾ ਤੇ ਏਡਾ ਦਿਆਲੂ ਹੈ, ਸਿੱਖਾਂ ਦੇ ਸੁੱਖਾਂ ਵਾਸਤੇ ਕਲਗੀਆਂ ਵਾਲਾ ਆਪਣੇ ਲਖਤੇ ਜਿਗਰਾਂ ਨੂੰ ਵੀ ਚਮਕੌਰ ਦੀ ਗੜੀ ਤੋਂ ਬਾਹਰ ਭੇਜ ਦਿੰਦਾ। ਤੇ ਵੇਖੋ ਦੁਨੀਆ ਦੇ ਵਿੱਚ ਕਿਸੇ ਦਾ ਪੁੱਤਰ ਮਰ ਜਾਵੇ ਤੇ ਖਾਲਸਾ ਜੀ ਆਪਾਂ ਅਕਸਰ ਕਹਿੰਦੇ ਆ ਬੜਾ ਵੱਡਾ ਦੁੱਖ ਆ ਗਿਆ, ਕੋਈ ਬੇਘਰ ਹੋ ਜਾਵੇ ਕਹਿੰਦੇ ਆ ਬੜਾ ਵੱਡਾ ਦੁੱਖ ਆ ਗਿਆ। ਪਰ ਗੁਰੂ ਗੋਬਿੰਦ ਸਿੰਘ ਸੁਖਦਾਈ ਕਿਉਂ ਹੈ? ਦੁਨੀਆ ਦੇ ਸਾਰੇ ਦੁੱਖ ਝੋਲੀ ਵਿੱਚ ਪਵਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਰੱਬ ਤੋਂ ਸੁੱਖ ਮੰਗਿਆ ਤੇ ਕਿਹਾ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ। ਸਾਰੇ ਦੁੱਖ ਝੋਲੀ ਵਿੱਚ ਪਵਾ ਕੇ ਸੁੱਖ ਮੰਗ ਕੇ ਵੀ ਸਿੱਖਾਂ ਦੀ ਝੋਲੀ ਵਿੱਚ ਪਾ ਦਿੱਤਾ। ਇਸ ਕਰਕੇ ਕਲਗੀਧਰ ਪਾਤਸ਼ਾਹ ਸਦਾ ਸੁੱਖਾਂ ਦੇ ਦਾਤੇ ਨੇ। श्री मुख ते कछ बोलत है मोहे अमृत देहो सब मिल पाई। ਹੁਣ ਆ ਸਭ ਤੋਂ ਜਿਹੜੀ ਮਹਾਨ ਬਾਤ ਇਸ ਰਚਨਾ ਦੇ ਵਿੱਚ ਸਾਡੀ ਸਮਝਣ ਯੋਗ ਹੈ ਕਿ ਕੈਸੀ ਵਡਿਆਈ ਗੁਰੂ ਗੋਬਿੰਦ ਸਿੰਘ ਦੀ ਇਸ ਰਚਨਾ ਵਿੱਚ ਸਵਈਏ ਵਿੱਚ ਪਹਿਲਾਂ ਕੀਤੀ। ਤੇ ਹੁਣ ਕਿਹਾ ਵੀ ਸ਼੍ਰੀ ਮੁਖ ਤੇ ਕਛ ਬੋਲਤ ਹੈ ਮੋਹਿ ਅੰਮ੍ਰਿਤ ਦੇਹੋ ਸਬੈ ਮਿਲ ਭਾਈ। ਕਹਿੰਦੇ ਐਸੇ ਵਡਿਆਈ ਰਹਿਮਤਾਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਸਾਜ ਕੇ ਮੁੜ ਕੇ ਉਹਨਾਂ ਪੰਜਾਂ ਦੇ ਸਾਹਮਣੇ ਗੋਡਿਆਂ ਭਾਰ ਬਹਿ ਕੇ ਦੋਵੇਂ ਹੱਥ ਜੋੜ ਕੇ ਕਹਿੰਦੇ ਖਾਲਸਾ ਜੀ ਇਹ ਅੰਮ੍ਰਿਤ ਦੀ ਦਾਤ ਮੇਰੀ ਵੀ ਝੋਲੀ ਵਿੱਚ ਪਾ ਦਿਓ। ਕਿੱਡੀ ਵੱਡੀ ਮਹਾਨ ਦਾਤ ਹੋਵੇਗੀ ਅੰਮ੍ਰਿਤ ਦੀ ਕਿ ਕਲਗੀਧਰ ਪਾਤਸ਼ਾਹ ਖੁਦ ਗੋਡਿਆਂ ਭਰ ਬਹਿ ਕਰਕੇ ਇਹ ਕਹਿੰਦੇ ਮੋਹੇ ਅੰਮ੍ਰਿਤ ਦੇਹੋ ਸਬੈ ਮਿਲ ਭਾਈ ਕਿ ਹੁਣ ਤੁਸੀਂ ਸਾਰੇ ਪੰਜ ਜਾਣੇ ਰਲ ਕੇ ਇਹ ਅੰਮ੍ਰਿਤ ਦੇ ਚੂਲੇ ਮੈਨੂੰ ਵੀ ਦੇ ਦਿਓ। ਇਹ ਮਹਾਨ ਰਹਿਮਤ ਬਖਸ਼ਿਸ਼ ਖਾਲਸਾ ਜੀ ਅੰਮ੍ਰਿਤ ਦੇ ਵਿੱਚ ਵਰਤਦੀ ਹੈ। ਇਸੇ ਕਰਕੇ ਬਾਰ-ਬਾਰ ਕਿਹਾ ਜਾਂਦਾ ਭਾਈ ਖੰਡੇ ਬਾਟੇ ਦੀ ਪੋਲ ਲਵੋ। ਤੇ 23 ਅਪ੍ਰੈਲ ਨੂੰ ਗੁਰਦੁਆਰਾ ਪਾਰਕ ਐਵਨਿਊ ਵਿਖੇ ਅੰਮ੍ਰਿਤ ਸੰਚਾਰ ਹੋਣਾ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਸ ਅੰਮ੍ਰਿਤ ਸੰਚਾਰ ਵਿੱਚ ਹਾਜ਼ਰੀਆਂ ਭਰ ਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਪੋਲ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਰਹਿਮਤਾਂ ਦੇ ਬਖਸ਼ਿਸ਼ਾਂ ਦੇ ਪਾਤਰ ਬਣੀਏ। ਖਾਲਸਾ ਜੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਪੰਜ ਪਿਆਰੇ ਸਾਜਣ ਤੋਂ ਬਾਅਦ ਇਹ ਕਿਹਾ ਨਾ ਵੀ ਹੁਣ ਮੈਨੂੰ ਵੀ ਅੰਮ੍ਰਿਤ ਦੇ ਦਿਓ, ਉਹਨਾਂ ਪੰਜਾਂ ਦੇ ਹਿਰਦਿਆਂ ਦੀ ਭਾਵਨਾ ਉਹੀ ਜਾਣਦੇ, ਆਪਾਂ ਤੇ ਜਾਣ ਵੀ ਨਹੀਂ ਸਕਦੇ। ਕਿਉਂਕਿ ਦੁਨੀਆ ਦੇ ਤਖਤੇ ਤੇ ਅੱਜ ਤੱਕ ਨਜ਼ਰ ਆਉਂਦਾ ਸੀ ਪੀਰ ਪੈਗੰਬਰ ਉੱਚੇ ਬੈਠਦੇ ਸੀ, ਦੁਖੀ ਲੋਕ ਆ ਕੇ ਪੀਰਾਂ ਪੈਗੰਬਰਾਂ ਅੱਗੇ ਅਰਦਾਸਾਂ ਕਰਦੇ ਸੀ। ਆ ਪਹਿਲੀ ਵਾਰ ਦੁਨੀਆ ਦੇ ਤਖਤੇ ਤੇ ਕੋਤਕ ਹੋਇਆ ਪੀਰ ਪੈਗੰਬਰ ਗੋਡੇ ਭਾਰ ਬਹਿ ਕਰਕੇ ਆਪਣੇ ਸਿੱਖਾਂ ਤੋਂ ਅੰਮ੍ਰਿਤ ਦੀ ਮੰਗ ਕਰਦਾ। ਤੇ ਜਦੋਂ ਗੁਰੂ ਗੋਬਿੰਦ ਸਿੰਘ ਨੇ ਇਸ ਤਰ੍ਹਾਂ ਗੋਡਿਆਂ ਭਾਰ ਬਹਿ ਕੇ ਅੰਮ੍ਰਿਤ ਦੀ ਮੰਗ ਕੀਤੀ ਨਾ, ਆਨੰਦਪੁਰ ਦੀਆਂ ਪਹਾੜੀਆਂ ਵਿੱਚ ਗੂੰਜਾਂ ਪੈ ਗਈਆਂ। ਉਹ ਕੀ ਗੂੰਜਾਂ ਪਈਆਂ, ਇੱਕ ਵਾਰ ਸਾਰੀ ਆਪਣੀ ਸੁਰਤ ਆਨੰਦਪੁਰ ਸਾਹਿਬ ਲਿਜਾ ਕਰਕੇ ਗੱਜ ਕੇ ਸਾਰੇ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਕਰੋ। ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ
ਗੋਬਿੰਦ ਸਿੰਘ ਜੀ ਵਾਹੋ। ਵਾਹੋ ਗੋਬਿੰਦ ਸਿੰਘ ਜੀ ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ, ਚੌਜੀ ਪਿਆਰੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ, ਚੌਜੀ ਪਿਆਰੇ ਗੋਬਿੰਦ ਸਿੰਘ ਜੀ। ਖਾਲਸਾ ਜੀ ਆਨੰਦਪੁਰ ਸਾਹਿਬ ਦੀ ਕੱਲੀ ਕੱਲੀ ਪਹਾੜੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਦੀਆਂ ਗੁੰਜ਼ਾਰਾਂ ਪੈ ਗਈਆਂ ਜਦੋਂ ਕਲਗੀਆਂ ਵਾਲੇ ਨੇ ਆਪੇ ਗੁਰਚੇਲਾ ਬਣ ਕੇ ਸੰਸਾਰ ਦੇ ਵਿੱਚ ਇੱਕ ਨਵੀਂ ਰੀਤ ਚਲਾ ਦਿੱਤੀ। ਸੋ ਐਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਜੇ ਨਵਾਜੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਆਪ ਸਮੁੱਚੀਆਂ ਸੰਗਤਾਂ ਨੂੰ ਬੇਅੰਤ ਵਧਾਈਆਂ ਤੇ ਸਤਿਗੁਰੂ ਅੱਗੇ ਅਰਦਾਸ ਕਰੀਏ ਸੁਣਿਆ ਸੁਣਾਇਆ ਜੀਵਨ ਵਿੱਚ ਕਮਾ ਸਕੀਏ। ਖਾਲਸਾ ਮੂਲ ਮੰਤਰ ਦੀ ਜੋ ਰਹਿੰਦੀ ਵਿਚਾਰ ਕੱਲ ਨੂੰ ਇਸੇ ਸਥਾਨ ਤੇ ਸਰਵਣ ਕਰਵਾਈ ਜਾਵੇਗੀ। ਆਉਣ ਵਾਲੀ ਵਿਚਾਰ ਦੇ ਵਿੱਚ ਗੁਰਸਿੱਖੀ ਦੀ ਰਹਿਤ ਬਾਰੇ ਇਸ ਬਾਣੀ ਵਿੱਚ ਦੱਸਿਆ ਗਿਆ ਹੈ ਕਿ ਗੁਰਸਿੱਖੀ ਦੀ ਰਹਿਤ ਕੀ ਹੈ ਤੇ ਅੰਮ੍ਰਿਤ ਦੀ ਮਹਾਨਤਾ ਬਾਰੇ ਦੱਸਿਆ ਆਪਾਂ ਕੱਲ ਸਰਵਣ ਕਰਾਂਗੇ। ਆਓ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਜਾਣ ਕੇ ਅਖੀਰ ਦੇ ਵਿੱਚ ਫਤਿਹ ਦੀ ਸਾਂਝ ਪਾਈਏ। ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗਿਆਨੀ ਸੁਖਜੀਤ ਸਿੰਘ ਜੀ ਕਨ੍ਹਈਆ, ਮੁੱਖ ਪ੍ਰਚਾਰਕ ਪੰਜਵਾਂ ਤਖਤ ਬੁੱਢਾ ਦਲ, ਜੋ ਇਸ ਵਿਸ਼ੇਸ਼ ਸਮਾਗਮ